PTN 24 ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਹਾਜ਼ਰ ਹਾਂ ਤੁਹਾਡੀ ਸੇਵਾ ਦੇ ਅੰਦਰ ਪ੍ਰੋਗਰਾਮ ਕਾਇਨਾਤ ਲੈ ਕੇ। ਪ੍ਰੋਗਰਾਮ ਦੀ ਸ਼ੁਰੂਆਤ ਅੱਜ ਮੈਂ ਇੱਕ ਛੋਟੀ ਜਿਹੀ ਸਟੋਰੀ ਤੋਂ ਕਰਨ ਜਾ ਰਹੀ ਹਾਂ। ਬੜੀ ਪੁਰਾਣੀ ਗੱਲ ਹੈ। ਇੱਕ ਪਿੰਡ ਦੇ ਅੰਦਰ ਕੁਝ ਲੋਕ ਜਿਹੜੇ ਦੇਖ ਨਹੀਂ ਸਕਦੇ ਸੀ ਰਹਿੰਦੇ ਸੀਗੇ। ਉਹਨਾਂ ਦੀ ਸੰਖਿਆ ਸੀ 6। ਹੁਣ ਕਿਉਂਕਿ ਉਹ ਕੁਝ ਦੇਖ ਨਹੀਂ ਸਕਦੇ ਸੀ ਤੇ ਹਰ ਗੱਲ ਵਾਸਤੇ ਉਹ ਪਿੰਡ ਦੇ ਲੋਕਾਂ ਤੋਂ ਪੁੱਛਦੇ ਸੀਗੇ ਕਿ ਆਹ ਚੀਜ਼ ਕੀ ਹੈ, ਆਹ ਚੀਜ਼ ਕੀ ਹੈ, ਆਹ ਚੀਜ਼ ਕੀ ਹੈ। ਔਰ ਉਹ ਥੋੜ੍ਹਾ ਜਿਹਾ ਆਈਡੀਆ ਦੇ ਕੇ ਦੱਸਦੇ ਸੀ, ਇਹ ਗਾਂ ਹੈ, ਇਹ ਮੱਝ ਹੈ, ਇਹ ਕੁੱਤਾ ਹੈ, ਇਹ ਬਿੱਲੀ ਹੈ, ਇਹ ਪੇੜ ਹੈ, ਇਹ ਪੱਤਾ ਹੈ, ਵਗੈਰਾ ਵਗੈਰਾ। ਇੱਕ ਦਿਨ ਉਸ ਜਿਹੜਾ ਰਾਜ ਸੀਗਾ ਉੱਥੋਂ ਦੇ ਰਾਜਾ ਦੀ ਬੇਟੀ ਉੱਥੇ ਘੁੰਮਣ ਵਾਸਤੇ ਆਈ ਔਰ ਉਹ ਹਾਥੀ 'ਤੇ ਬੈਠ ਕੇ ਆਈ। ਪਿੰਡ ਵਿੱਚ ਸ਼ੋਰ ਪੈ ਗਿਆ ਕਿ ਹਾਥੀ ਆ ਰਿਹਾ ਹੈ, ਉਹਦੇ ਉੱਤੇ ਰਾਜਕੁਮਾਰੀ ਆ ਰਹੀ ਹੈ। ਹੁਣ ਇਹ ਜਿਹੜੇ ਬਲਾਈਂਡ ਸੀਗੇ 6 ਇੱਕ ਦੂਸਰੇ ਨੂੰ ਪੁੱਛਦੇ ਨੇ ਕਿ ਹਾਥੀ ਕੀ ਹੈ। ਚਲੋ ਲੜਕੀ ਤਾਂ ਸਾਨੂੰ ਪਤਾ ਕੀ ਹੈ, ਔਰਤ ਸਾਨੂੰ ਪਤਾ ਕੀ ਹੈ, ਪਰ ਇਹ ਹਾਥੀ ਕਿਸ ਚੀਜ਼ ਦਾ ਨਾਮ ਹੈ। ਕਿਸੇ ਨੇ ਸਮਝਾਇਆ ਕਿ ਜੀ ਬੜਾ ਵੱਡਾ ਜਾਨਵਰ ਹੁੰਦਾ ਹੈ। ਉਹ ਕਹਿੰਦੇ ਗਾਂ ਤੋਂ ਵੱਡਾ ਹੁੰਦਾ ਹੈ ਕਿ ਹਾਂ ਗਾਂ ਤੋਂ ਵੱਡਾ ਹੁੰਦਾ ਹੈ। ਅੱਛਾ, ਹੋਰ ਉਹਦੇ ਸਿੰਗ ਹੁੰਦੇ ਨੇ? ਨਹੀਂ, ਸਿੰਗ ਨਹੀਂ ਹੁੰਦੇ, ਉਹਦੇ 2 ਵੱਡੇ ਵੱਡੇ ਦੰਦ ਹੁੰਦੇ ਨੇ। ਅੱਛਾ, ਫਿਰ ਰਾਣੀ ਔਰ ਰਾਜਕੁਮਾਰੀ ਕਿਸ ਤਰ੍ਹਾਂ ਬੈਠਦੇ ਨੇ? ਉਹਨਾਂ ਨੂੰ ਤਾਂ ਬੜਾ ਸੰਕਟ ਹੋ ਜਾਏਗਾ, ਉਹਨਾਂ ਨੂੰ ਖਾ ਸਕਦਾ ਹੈ। ਸੋ ਉਹਨਾਂ ਨੇ ਪਿੰਡ ਦੇ ਲੋਕਾਂ ਨੂੰ ਇੰਨਾ ਪੁੱਛ ਕੇ ਪਰੇਸ਼ਾਨ ਕਰ ਦਿੱਤਾ ਕਿ ਇੱਕ ਦਿਨ ਪਿੰਡ ਦੇ ਲੋਕਾਂ ਨੇ ਸੋਚਿਆ ਵੀ ਇਹ 6 ਜਿਹੜੇ ਸਾਡੇ ਪੇਂਡੂ ਨੇ ਜਿਹੜੇ ਦੇਖ ਨਹੀਂ ਸਕਦੇ, ਕਿਉਂ ਨਾ ਅਸੀਂ ਇਹਨਾਂ ਨੂੰ ਲੈ ਚੱਲੀਏ, ਹਾਥੀ ਦਿਖਾਈ ਦਈਏ। ਹੁਣ ਉਹ 6 ਦੇ 6 ਹਾਥੀ ਕੋਲ ਚਲੇ ਗਏ। ਰਾਜਾ ਉਹਨਾਂ ਨੂੰ ਮਿਲਣ ਵਾਸਤੇ ਆਇਆ ਕਿ ਇਸ ਕਿਸਮ ਦੀ ਉਹਨਾਂ ਦੀ ਕੁਐਸਚਨ ਹੈ ਤੇ ਦੇਖਦਾ ਇਹ 6 ਹਾਥੀ ਬਾਰੇ ਕੀ ਰਾਏ ਦਿੰਦੇ ਨੇ। ਉਹ ਰਾਜਾ ਬੜਾ ਗਿਆਨੀ ਸੀ। ਇੱਕ ਜਿਹੜਾ ਬਲਾਈਂਡ ਸੀ ਉਹਨੇ ਹਾਥੀ ਨੂੰ ਛੂਹਿਆ ਹੱਥ ਦੇ ਨਾਲ। ਉਹ ਕਹਿੰਦਾ ਉਹ ਇੱਕ ਫਲੈਟ ਕੰਧ ਹੈ, ਇਟਸ ਅ ਵਾਲ। ਦੂਸਰਾ ਉਹਦੀ ਜਿਹੜੀ ਟਰੰਕ ਹੈ, ਉਹਦੀ ਜਿਹੜੀ ਸੁੰਡ ਹੈ, ਉਹਨੂੰ ਛੂ ਕੇ ਦੇਖ ਰਿਹਾ। ਉਹ ਕਹਿੰਦਾ ਉਹ ਇਹ ਤਾਂ ਬੜਾ ਵੱਡਾ ਸੱਪ ਵਰਗੀ ਕੋਈ ਚੀਜ਼ ਹੈ, ਇਟਸ ਅ ਹਿਊਜ ਸਨੇਕ। ਤੀਸਰਾ ਉਹਦੇ ਦੰਦਾਂ ਨੂੰ ਫੜ ਕੇ ਟੱਚ ਕਰ ਰਿਹਾ। ਉਹ ਕਹਿ ਰਿਹਾ ਓਹ ਇਹ ਲੱਗਦਾ ਕੋਈ ਤਿੱਖੀ ਚੀਜ਼ ਹੈ ਜਿੱਦਾਂ ਕਿਸੇ ਦੀ ਹੱਤਿਆ ਕੀਤੀ ਜਾ ਸਕਦੀ ਹੈ, ਲਾਈਕ ਅ ਸਪੀਅਰ, ਜਿਵੇਂ ਇੱਕ ਭਾਲਾ ਹੁੰਦਾ। ਜਿਹੜਾ ਚੌਥਾ ਸੀਗਾ ਉਹਨੇ ਉਹਦੇ ਲੱਤਾਂ ਨੂੰ ਫੜਿਆ। ਉਹ ਕਹਿੰਦੇ ਇਹ ਲੱਤਾਂ ਤਾਂ ਗਾਂ ਵਰਗੀਆਂ ਨੇ, ਪਰ ਗਾਂ ਤੋਂ ਥੋੜ੍ਹੀਆਂ ਮੋਟੀਆਂ ਨੇ, ਇਹ ਕੋਈ ਗਾਂ ਵਰਗਾ ਜੀਵ ਹੈ। ਜਿਹੜਾ ਪੰਜਵਾਂ ਸੀ ਉਹਨੇ ਕੰਨਾਂ ਨੂੰ ਫੜਿਆ, ਕੰਨ ਬਹੁਤ ਵੱਡੇ ਸੀਗੇ। ਉਹ ਕਹਿੰਦਾ ਅੱਛਾ ਇਹ ਕੋਈ ਹਵਾ 'ਚ ਝੂਲਦਾ ਹੋਇਆ ਕਾਰਪੇਟ ਹੈ, ਸ਼ਾਇਦ ਇਹਦੇ ਉੱਤੇ ਕੋਈ ਉਡਾਨ ਲਈ ਜਾ ਸਕਦੀ ਹੈ। ਉਹ ਜਿਹੜਾ ਲਾਸਟ 6ਵਾਂ ਬਲਾਈਂਡ ਸੀ ਉਹਨੇ ਪੂੰਛ ਪਕੜੀ। ਉਹ ਕਹਿੰਦਾ ਉਹ ਰੱਸੀ ਵਰਗੀ ਕੋਈ ਚੀਜ਼ ਹੈ, ਇਹ ਹਾਥੀ ਹੈ। ਸੋ ਰਾਜਾ ਨੇ ਸਾਰੇ ਤੋਂ ਪੁੱਛਿਆ, ਹਾਂ ਵੀ ਦੱਸੋ ਹਾਥੀ ਕੀ ਹੈ? ਇੱਕ ਕਹਿੰਦਾ ਜੀ ਉਹ ਕੰਧ ਹੈ, ਦੂਸਰਾ ਕਹਿੰਦਾ ਜੀ ਉਹ ਕੋਈ ਸੱਪ ਹੈ, ਤੀਸਰਾ ਕਹਿੰਦਾ ਉਹ ਤਾਂ ਗਾਂ ਹੈ, ਚੌਥਾ ਕਹਿੰਦਾ ਉਹ ਕੋਈ ਕਾਰਪੇਟ ਵਰਗੀ ਚੀਜ਼ ਹੈ, ਪੰਜਵਾਂ ਕਹਿੰਦਾ ਉਹ ਰੱਸੀ ਹੈ, 6ਵਾਂ ਕਹਿੰਦਾ ਉਹ ਸਪੀਅਰ ਵਰਗੀ ਕੋਈ ਚੀਜ਼ ਹੈ। ਰਾਜਾ ਨੇ ਸਮਝਾਇਆ ਕਿ ਤੁਸੀਂ ਹਾਥੀ ਦਾ ਸੱਚ ਪੂਰਾ ਨਹੀਂ ਜਾਣਿਆ। ਤੁਸੀਂ ਉਹਦੇ ਇੱਕ ਅੰਸ਼ ਨੂੰ ਪਕੜਿਆ, ਇੱਕ ਪਾਰਟ ਨੂੰ ਪਕੜਿਆ ਔਰ ਪੂਰੇ ਹਾਥੀ ਦੀ ਕਲਪਨਾ ਕੀਤੀ ਹੈ, ਉਹਦਾ ਰੂਪ ਆਕਾਰ ਆਪਣੇ ਅੰਦਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਆਓ ਮੈਂ ਤੁਹਾਨੂੰ ਹੁਣ ਸਾਰੇ ਹਾਥੀ ਨੂੰ ਟੱਚ ਕਰਕੇ ਫਿਰ ਤੁਸੀਂ ਦੁਬਾਰਾ ਸਮਝੋ ਕਿ ਹਾਥੀ ਕੀ ਹੈ, ਐਲੀਫੈਂਟ ਕੀ ਹੈ। ਹੁਣ ਉਹਨਾਂ ਨੇ ਸਾਰਿਆਂ ਨੂੰ ਪਕੜਿਆ, ਪੂੰਛ ਤੋਂ ਲੈ ਕੇ ਲੱਤਾਂ ਸਾਰੇ ਪਾਸੇ। ਜਦੋਂ ਪੂਰੇ ਪਾਸੇ ਉਹਨਾਂ ਨੇ ਟੱਚ ਕਰਕੇ ਦੇਖਿਆ ਤਾਂ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹ ਇੱਕ ਵੱਡਾ ਇੱਕ ਪਸ਼ੂ ਹੈ, ਜਿਹਦੇ ਸੁੰਡ ਹੈ, ਜਿਹਦੀਆਂ ਲੱਤਾਂ ਨੇ, ਜਿਹਦੇ ਦੰਦ ਨੇ, ਜਿਹਦੀ ਪੂੰਛ ਹੈ, ਜਿਹਦੇ ਕੰਨ ਨੇ। ਤੇ ਤਾਂ ਉਹਨਾਂ ਨੂੰ ਕਨਸੈਪਟ ਕਲੀਅਰ ਹੋਇਆ। ਪਿਆਰੇ ਦਰਸ਼ਕੋ, ਇਹ ਕਹਾਣੀ ਦਾ ਮਕਸਦ ਸਿਰਫ ਦੱਸਣ ਦਾ ਇਹ ਹੈ ਕਿ ਅਸੀਂ ਸਾਰੇ ਇੱਕ ਵੱਡੀ ਕਾਇਨਾਤ ਦਾ ਹਿੱਸਾ ਹਾਂ। ਇਹ ਕਾਇਨਾਤ ਇੰਨੀ ਵੱਡੀ ਹੈ ਜਿਹਦਾ ਸਾਨੂੰ ਕੋਈ ਥਾਂ ਪਤਾ ਨਹੀਂ, ਕੋਈ ਸੀਮਾ ਨਹੀਂ। ਅਸੀਂ ਇੰਨੇ ਸੀਮਿਤ ਹਾਂ ਕਿ ਅਸੀਂ ਜਿੱਥੇ ਬੈਠੇ ਹਾਂ ਉਸ ਤੋਂ ਥੋੜ੍ਹੀ ਦੂਰ ਤੋਂ ਅੱਗੇ ਅਸੀਂ ਦੇਖ ਵੀ ਨਹੀਂ ਸਕਦੇ, ਅਸੀਂ ਸੁਣ ਨਹੀਂ ਸਕਦੇ। ਸੁਣਨ ਦੀ ਫਰੀਕੁਐਂਸੀ ਹੈ, ਦੇਖਣ ਦੀ ਫਰੀਕੁਐਂਸੀ ਹੈ, ਚੀਜ਼ ਨੂੰ ਛੂ ਕੇ ਉਹਨੂੰ ਮਹਿਸੂਸ ਕਰਨ ਦੀ ਫਰੀਕੁਐਂਸੀ ਹੈ। ਸਾਡੀ ਇੱਕ ਸੀਮਿਤ ਫਰੀਕੁਐਂਸੀਜ਼ ਦੇ ਅੰਦਰ ਹਸਤੀ ਹੈ। ਇਸ ਸੀਮਿਤ ਫਰੀਕੁਐਂਸੀਜ਼ ਦੇ ਨਾਲ ਇੱਕ ਅਸੀਮਿਤ ਵਰਤਾਰੇ ਨੂੰ ਸਮਝਣਾ ਔਰ ਸਮਝਾਉਣਾ ਬਹੁਤ ਮੁਸ਼ਕਿਲ ਕੰਮ ਹੈ। ਔਰ ਸਾਡੇ ਵਰਗੇ ਵਿਅਕਤੀ ਵਾਸਤੇ ਜਿਹੜੇ ਕਿ ਆਪਣੇ ਬ੍ਰੇਨ ਦਾ ਸ਼ਾਇਦ 10ਵਾਂ ਹਿੱਸਾ ਵੀ ਪ੍ਰਯੋਗ ਨਹੀਂ ਕਰ ਪਾ ਰਹੇ, ਮੈਂ ਵੀ 4% ਪ੍ਰਯੋਗ ਕਰ ਪਾ ਰਿਹਾ। ਇਸ ਕਰਕੇ ਇਹ ਮਾਣ ਕਰਨਾ ਜਾਂ ਅਹੰਕਾਰ ਕਰਨਾ ਕਿ ਮੈਨੂੰ ਸਭ ਪਤਾ ਹੈ ਔਰ ਮੇਰੇ ਤੋਂ ਵੱਡਾ ਕੋਈ ਗਿਆਨੀ ਨਹੀਂ ਹੈ, ਇਹ ਕਈ ਵਾਰ ਭੁੱਲ ਕਰ ਬੈਠਦੇ ਹਾਂ। ਅਸੀਂ ਉਹ ਸਟੋਰੀ ਵਾਂਗੂ ਕਈ ਵਾਰ ਵੱਡੇ ਸੱਚ ਦੇ ਛੋਟੇ ਜਿਹੜੇ ਸੂਤਰ ਨੇ ਉਹਨਾਂ ਨੂੰ ਅੰਡਰਸਟੈਂਡ ਕਰਕੇ ਵੱਡੇ ਸੱਚ ਨੂੰ ਜਾਣਨ ਦਾ ਅਸੀਂ ਦਾਅਵਾ ਕਰਦੇ ਹਾਂ, ਜਿਹੜਾ ਕਿ ਬਹੁਤ ਇੱਕ ਭੁਲੇਖੇ ਵਾਲੀ ਗੱਲ ਬਣ ਜਾਂਦੀ ਹੈ।
ਸਾਡੇ ਬਾਬਾ ਜੀ ਕਹਿੰਦੇ ਨੇ, ਜੇਵੜ ਉੱਚਾ ਹੋਵੇ ਕੋਏ ਤੇ ਸੋਚੇ ਕੋ ਜਾਣੇ ਸੋਏ। ਉਹ ਐਡਾ ਵੱਡਾ ਬ੍ਰਹਿਮੰਡ, ਉਹਨੂੰ ਚਲਾਉਣ ਵਾਲੀ ਉਹ ਸ਼ਕਤੀ, ਉਹਦਾ ਸਾਰਾ ਸਿਸਟਮ, ਉਹਨੂੰ ਸਮਝਣ ਲਈ ਸਾਨੂੰ ਬਹੁਤ ਉੱਚਾ, ਬਹੁਤ ਹਾਈ ਫਰੀਕੁਐਂਸੀ ਦੇ ਉੱਤੇ ਐਨਰਜੀ ਦੇ ਵਿੱਚ ਕਨਵਰਟ ਹੋਣਾ ਪਏਗਾ, ਸ਼ਾਇਦ ਤਾਂ ਸਮਝ ਸਕੀਏ। ਕਿਉਂਕਿ ਸਾਡੀ ਜੈਸੀ ਮੱਤ ਤੈਸਾ ਪ੍ਰਗਾਸ, ਸਾਡੀ ਛੋਟੀ ਮੱਤ ਹੈ ਤਾਂ ਉਹਦਾ ਛੋਟੇ ਛੋਟੇ ਜਿਹੇ ਸਾਨੂੰ ਉਹਦੇ ਇਸ਼ਾਰੇ ਮਿਲਦੇ ਨੇ, ਅਸੀਂ ਉਹਨਾਂ ਨੂੰ ਵੱਡੇ ਸੱਚ ਸਮਝ ਲੈਂਦੇ ਹਾਂ। ਸੋ ਕਾਇਨਾਤ ਪ੍ਰੋਗਰਾਮ ਇੱਕ ਕੋਸ਼ਿਸ਼ ਹੈ, ਉਹ ਬਹੁਤ ਵੱਡਾ ਸੱਚ ਜਿਹਦੇ ਕਿਸੇ ਛੋਟੇ ਜਿਹੇ, ਬਹੁਤ ਇੱਕ ਜ਼ਰਰੇ ਵਰਗੀ ਮੇਰੀ ਸੋਚ ਉਹਨੂੰ ਸਮਝਣ ਦੀ ਇੱਕ ਕੋਸ਼ਿਸ਼ ਕਰ ਰਹੀ ਪ੍ਰੋਗਰਾਮ ਦੇ ਅੰਦਰ। ਕਿਉਂਕਿ ਇਹ ਸਵਾਲ ਬੜੇ ਨੈਚੁਰਲ ਸਵਾਲ ਨੇ, ਆਉਣੇ ਚਾਹੀਦੇ ਨੇ। ਔਰ ਦਿਹਾੜੀ ਦੇ ਅੰਦਰ ਅਗਰ 60,000 ਥਾਟ ਦੇ ਅੰਦਰ ਇੱਕ ਵਾਰੀ ਵੀ ਸਵਾਲ ਆਉਂਦਾ ਜ਼ਹਿਨ ਦੇ ਅੰਦਰ, ਮੈਂ ਕੌਣ ਹਾਂ, ਮੇਰਾ ਨਿਰਮਾਣ ਕਿੱਦਾਂ ਹੋਇਆ, ਮੈਨੂੰ ਚਲਾਉਣ ਵਾਲੀ ਸ਼ਕਤੀ ਕੌਣ ਹੈ, ਮੇਰਾ ਕਿਸ ਤਰ੍ਹਾਂ ਸਾਰਾ ਸਿਸਟਮ ਆਪਣੇ ਆਪ ਚੱਲ ਰਿਹਾ ਹੈ, ਮੇਰਾ ਬਲੱਡ ਰਗਾਂ ਵਿੱਚ ਦੌੜ ਰਿਹਾ ਹੈ, ਮੇਰੇ ਫੇਫੜੇ ਕੰਮ ਕਰ ਰਹੇ ਨੇ, ਮੇਰਾ ਹਾਰਟ ਕੰਮ ਕਰ ਰਿਹਾ ਹੈ, ਮੇਰੇ ਬੋਡੀ ਦੇ ਸਿਗਨਲ, ਸਾਰਾ ਸਿਸਟਮ ਆਟੋਮੈਟਿਕ ਹੈ। ਇਸ ਆਟੋਮੈਟਿਕ ਸਿਸਟਮ ਦੇ ਪਿੱਛੇ ਚਲਾਉਣ ਵਾਲੀ ਤਾਕਤ ਕੌਣ ਹੈ? ਅਗਰ ਇਹ ਸਵਾਲ ਦਿਹਾੜੀ ਦੇ ਵਿੱਚ ਇੱਕ ਵਾਰੀ ਸਾਡੇ ਅੰਦਰ ਆਂਦਾ ਹੈ ਤਾਂ ਸਮਝੋ ਜੀਵਨ ਦਾ ਕੋਈ ਛੋਟਾ ਜਿਹਾ ਮਕਸਦ ਅਸੀਂ ਹੱਲ ਕਰ ਲਿਆ। ਜਿਗਿਆਸਾ ਹੋਣਾ ਹੀ ਬਹੁਤ ਵੱਡੀ ਗੱਲ ਹੈ। ਸੋ ਉਹ ਜਿਗਿਆਸਾ ਮੇਰੇ ਅੰਦਰ, ਜਿਹਨੂੰ ਪੂਰਨ ਕਰਨ ਵਾਸਤੇ ਮੈਂ ਕਦੇ ਕਿਤਾਬਾਂ ਪੜ੍ਹਦੀ ਹਾਂ, ਕਦੇ ਮੈਂ ਬਹੁਤ ਜਿਹੜੇ ਅੱਛੇ ਲੋਕ ਨੇ, ਐਨਲਾਈਟਨਡ ਪੀਪਲ ਨੇ, ਸਪਿਰਿਚੁਅਲ ਟੀਚਰਸ ਨੇ, ਉਹਨਾਂ ਕੋਲ ਬੈਠਦੀ ਹਾਂ। ਕਈ ਵਾਰੀ ਮੈਂ ਆਪਣੇ ਬਾਬਿਆਂ ਦੀ ਦਿੱਤੇ ਹੋਏ ਜਿਹੜੇ ਮਹਾਨ ਸਮੁੰਦਰ ਵਾਂਗੂ ਡੂੰਘੇ ਜਿਹੜੇ ਸਾਡੇ ਸਪਿਰਿਚੁਅਲ ਗ੍ਰੰਥ ਨੇ, ਉਹਨਾਂ ਦੇ ਪੰਨੇ ਫਰੋਲਣ ਦੀ ਕੋਸ਼ਿਸ਼ ਕਰਦੀ ਹਾਂ। ਔਰ ਜਿੰਨੀ ਕੁ ਗੱਲ ਮੈਨੂੰ ਸਮਝ ਆਉਂਦੀ ਹੈ, ਆਈ ਵਾਂਟ ਟੂ ਸ਼ੇਅਰ ਵਿਦ ਯੂ। ਸੋ ਮੇਰੀ ਇਹ ਵੀ ਕੋਸ਼ਿਸ਼ ਹੁੰਦੀ ਹੈ ਕਿ ਅਗਰ ਮੈਂ ਇੱਕ ਸੰਸਕ੍ਰਿਤ ਦੀ ਸਟੂਡੈਂਟ ਹਾਂ, ਅਗਰ ਮੈਂ ਵੇਦਾਂ ਦੇ ਹਵਾਲੇ ਨਾਲ ਕੋਈ ਗੱਲ ਕਰਦੀ ਹਾਂ, ਤਾਂ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਟੱਡੀ ਕੀਤਾ ਹੈ। ਅਗਰ ਉਹਨਾਂ ਦੇ ਅੰਦਰ ਵੀ ਉਹ ਚੀਜ਼ ਰੈਫਰੈਂਸ ਹੈਗੇ ਨੇ, ਔਰ ਯਕੀਨ ਮੰਨੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਐਸੀ ਕੋਈ ਚੀਜ਼ ਨਹੀਂ ਜਿਹਦਾ ਰੈਫਰੈਂਸ ਨਾ ਹੋਵੇ, ਔਰ ਜਿਹਨੂੰ ਇੱਕ ਸਾਇੰਟੀਫਿਕ ਢੰਗ ਦੇ ਨਾਲ ਐਕਸਪਲੇਨ ਨਾ ਕੀਤਾ ਹੋਵੇ। ਉਹ ਗੱਲ ਅੱਡ ਹੈ ਕਿ ਅਸੀਂ ਸਮਝੀਏ ਜਾਂ ਨਾ ਸਮਝੀਏ। ਸੋ ਜਿੱਥੇ ਇੱਕ ਪਾਸੇ ਪਰੰਪਰਾ ਮੇਰੇ ਨਾਲ ਹੈ, ਮੇਰਾ ਪਿਛੋਕੜ ਮੇਰੇ ਨਾਲ ਹੈ, ਔਰ ਈਸਟਰਨ ਔਰ ਭਾਰਤੀ ਔਰ ਅਧਿਆਤਮਿਕ ਪਰੰਪਰਾ ਦੇ ਨਾਲ ਮੈਂ ਜੁੜਨ ਦੀ ਕੋਸ਼ਿਸ਼ ਕਰਦੀ ਹਾਂ, ਨਾਲ ਹੀ ਨਾਲ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਅੱਜ ਦੀ ਜਿਹੜੀ ਮਾਡਰਨ ਸਾਇੰਸ ਹੈ, ਜਿਹੜੀ ਫਿਜ਼ਿਕਸ ਹੈ, ਜਿਹੜੀ ਮੈਡੀਕਲ ਸਾਇੰਸ ਹੈ, ਉਹਦੇ ਵਿੱਚ ਵੀ ਇਸ ਕਿਸਮ ਦੀਆਂ ਦੋ ਗੱਲਾਂ ਹੁੰਦੀਆਂ ਨੇ। ਮੇਰਾ ਦਿਲ ਕਰਦਾ ਹੈ ਕਿ ਮੈਂ ਉਹ ਵੀ ਸ਼ੇਅਰ ਕਰਾਂ। ਉਹਦੇ ਨਾਲ ਇੱਕ ਓਥੈਂਟਿਕ, ਸਾਨੂੰ ਇੱਕ ਮੋਹਰ ਲੱਗਣ ਵਾਲੀ ਗੱਲ ਹੋ ਜਾਂਦੀ ਹੈ ਕਿ ਸਾਡੇ ਬਾਬਾ ਜੀ, ਸਾਡੇ ਪ੍ਰੋਫਿਟ, ਸਾਡੇ ਪੀਰ ਫਕੀਰ ਕੈਸੀਆਂ ਸਾਇੰਸਿਸ, ਕੈਸੀਆਂ ਥਿਊਰੀਜ਼ ਸਾਨੂੰ ਦੇ ਗਏ ਨੇ, ਲੇਕਿਨ ਅਸੀਂ ਉਹ ਥਿਊਰੀਜ਼ ਨੂੰ ਪ੍ਰੈਕਟੀਕਲ ਕਰਨ ਦੇ ਵਿੱਚ ਅਜੇ ਕੋਤਾਹੀ ਕੀਤੀ ਹੈ, ਕਿਉਂਕਿ ਕਿਸੇ ਇੰਸਟੀਟਿਊਸ਼ਨ ਦੇ ਅੰਦਰ ਸਾਨੂੰ ਉਹ ਥਿਊਰੀ ਨੂੰ ਅਮਲ ਕਰਨ ਲਈ, ਪ੍ਰੈਕਟੀਕਲ ਕਰਨ ਲਈ ਸਮਝਾਇਆ ਨਹੀਂ ਗਿਆ। ਬੜੀ ਪਿਆਰੀ ਕਿਤਾਬ ਹੈ ਮੇਰੇ ਕੋਲ, ਸੈਲੂਲਰ ਅਵੇਕਨਿੰਗ। ਇਹਦੀ ਰਾਈਟਰ ਹੈ ਬਾਰਬਰਾ ਰੈਨ। ਔਰ ਦੂਸਰੀ ਕਿਤਾਬ ਮੈਂ ਇਹਦਾ ਵਾਰ-ਵਾਰ ਹਵਾਲਾ ਕਰਦੀ ਹੁੰਦੀ ਹਾਂ, ਇਹਦਾ ਨਾਮ ਹੈ ਵਾਈਬ੍ਰੇਸ਼ਨਲ ਹੀਲਿੰਗ ਥਰੂ ਚੱਕਰਾਸ। ਇਹ ਜੋਏ ਗਾਰਨਰ ਦੀ ਕਿਤਾਬ ਹੈ। ਇਹ ਦੋਨੋਂ ਲੇਡੀਜ਼ ਔਰ ਇਹਨਾਂ ਦੇ ਨਾਲ ਵੈਲਰੀ ਹੰਟ, ਬਾਰਬਰਾ ਬ੍ਰੈਨਨ, ਡਾਕਟਰ ਸਮਿਥ, ਇਹ ਸਾਰੇ ਦੇ ਸਾਰੇ ਜਿਹੜੇ ਲੋਕ ਨੇ, ਇਹ ਸਾਰੇ ਬੜੇ ਉੱਚੇ ਦਰਜੇ ਦੇ ਸਾਇੰਟਿਸਟ ਨੇ, ਨਾਸਾ ਦੇ ਰਿਸਰਚ ਸਾਇੰਟਿਸਟ ਨੇ। ਇਹ ਆਮ ਨਹੀਂ ਕਿ ਆਮ ਗੱਲ ਕਰ ਲਈ ਤੇ ਇਹਨਾਂ ਨੇ ਮੰਨ ਲਿਆ। ਇਹ ਹਜ਼ਾਰਾਂ ਤਜਰਬੇ ਕਰਕੇ, ਉਹਨਾਂ 'ਤੇ ਰਿਸਰਚ ਕਰਕੇ, ਲਗਾਤਾਰ ਰਿਸਰਚ ਕਰਕੇ ਫਿਰ ਕੋਈ ਥਿਊਰੀ ਨੂੰ ਡਿਵੈਲਪ ਕਰਦੇ ਨੇ। ਸੋ ਜਦੋਂ ਇਸ ਕਿਸਮ ਦੀ ਗੱਲ ਹੁੰਦੀ ਹੈ, ਔਰ ਇਹ ਸਾਰੀ ਦੀ ਸਾਰੀ ਗੱਲ ਅੱਜ ਦੀ ਮਾਡਰਨ ਮੈਡੀਕਲ ਸਾਇੰਸ ਦੀ, ਫਿਜ਼ਿਕਸ ਦੀ, ਐਸਟਰੋਨੋਮੀ ਦੀ ਜਦੋਂ ਜਾ ਕੇ ਜੁੜਦੀ ਹੈ ਸਾਡੇ ਧਾਰਮਿਕ ਗ੍ਰੰਥਾਂ ਦੇ ਜਿਹੜੀਆਂ ਥਿਊਰੀਜ਼ ਦੇ ਨਾਲ, ਤਾਂ ਅੱਖਾਂ ਖੁੱਲ੍ਹ ਜਾਂਦੀਆਂ ਨੇ ਔਰ ਆਤਮਾ ਸਿਰ ਝੁਕਾਉਂਦੀ ਹੈ ਉਹਨਾਂ ਪੀਰਾਂ ਦੇ ਅੱਗੇ, ਫਕੀਰਾਂ ਦੇ ਅੱਗੇ, ਬਾਬਿਆਂ ਦੇ ਅੱਗੇ। ਜਿਹੜੀ ਇਹ ਪੁਸਤਕ ਵਾਈਬ੍ਰੇਸ਼ਨਲ ਹੀਲਿੰਗ ਥਰੂ ਚੱਕਰਾਸ, ਇਹ ਪਲੀਜ਼ ਤੁਸੀਂ ਅਗਰ ਪੜ੍ਹੋ ਤੇ ਤੁਸੀਂ ਵੀ ਹੈਰਾਨ ਬਣ ਜਾਓਗੇ ਕਿ ਸਾਡਾ ਧਰਮ ਦੀ ਮਹਾਨਤਾ ਕਿੰਨੀ ਹੈ। ਸ਼ੁਰੂਆਤ ਕਰਦੀ ਹੈ ਜੋਏ ਗਾਰਨਰ, ਕਹਿੰਦੀ ਹੈ ਈਚ ਚਾਈਲਡ ਹੈਜ਼ ਐਟ ਬਰਥ ਅ ਬਾਉਲ ਆਫ ਪਰਫੈਕਟ ਲਾਈਟ। ਜਦੋਂ ਇੱਕ ਬੱਚਾ ਪੈਦਾ ਹੁੰਦਾ ਹੈ, ਮਾਂ ਦੇ ਗਰਭ ਚੋਂ ਬਾਹਰ ਆਉਂਦਾ ਹੈ, ਉਹ ਉਹਦਾ ਭਾਂਡਾ ਇੱਕ ਪੂਰਨ ਪ੍ਰਕਾਸ਼ ਨਾਲ ਭਰਿਆ ਹੁੰਦਾ ਹੈ। ਸਾਡੇ ਬਾਬਾ ਜੀ ਕਹਿੰਦੇ ਨੇ ਮਨ ਤੋਂ ਜੋਤ ਸਰੂਪ ਹੈ, ਅਸੀਂ ਜੋਤ ਸਰੂਪ ਹਾਂ। ਔਰ ਉਹ ਭਾਂਡਾ ਜਿਹੜਾ ਪ੍ਰਕਾਸ਼ ਦਾ ਭਰਿਆ ਹੋਇਆ ਹੈ, ਜਿਸ ਤਰ੍ਹਾਂ ਅਸੀਂ ਵੱਡੇ ਹੋ ਰਹੇ ਹਾਂ, ਅਗਰ ਉਸ ਭਾਂਡੇ ਦੇ ਪ੍ਰਕਾਸ਼ ਨੂੰ ਅਸੀਂ ਚਾਹੁੰਦੇ ਹਾਂ ਉਹ ਹੋਰ ਫੈਲੇ, ਉਹ ਹੋਰ ਗਰੋ ਕਰੇ, ਤਾਂ ਸਾਨੂੰ ਉਹਦੀ ਗਰੋਥ ਵਾਸਤੇ, ਉਹਦੇ ਵਿਕਾਸ ਵਾਸਤੇ ਕੋਈ ਨਾ ਕੋਈ ਕਾਰਵਾਈ ਪਾਉਣੀ ਪਏਗੀ, ਉਹਦਾ ਧਿਆਨ ਰੱਖਣਾ ਪਏਗਾ। ਉਹਨੂੰ ਗਰੋ ਕਰਨ ਲਈ ਸਾਨੂੰ ਕੋਈ ਨਾ ਕੋਈ ਹਿੰਮਤ ਕਰਨੀ ਪਏਗੀ, ਐਫਰਟ ਕਰਨਾ ਪਏਗਾ। ਪਰ ਹੁੰਦਾ ਕੀ ਹੈ, ਉਲਟਾ। ਜਿਵੇਂ ਜਿਵੇਂ ਅਸੀਂ ਵੱਡੇ ਹੁੰਦੇ ਹਾਂ, ਸਾਡੇ ਅੰਦਰ ਪੈਦਾ ਹੁੰਦੇ ਨੇ ਡਰ,
ਸਾਡੇ ਅੰਦਰ ਪੈਦਾ ਹੁੰਦੇ ਨੇ ਇਨਸਿਕਿਉਰਿਟੀਜ਼, ਸਾਡੇ ਅੰਦਰ ਹੋਣਾ ਸ਼ੁਰੂ ਹੁੰਦਾ ਹੈ ਗੁੱਸਾ। ਸਾਨੂੰ ਆਸ-ਪਾਸੋਂ ਜਦੋਂ ਕੋਈ ਨੈਗੇਟਿਵ ਗੱਲਾਂ ਮਿਲਦੀਆਂ ਨੇ ਅਸੀਂ ਰਿਐਕਸ਼ਨ ਕਰਦੇ ਹਾਂ। ਤੇ ਉਹ ਪ੍ਰਕਾਸ਼ ਦੇ ਭਾਂਡੇ ਦੇ ਅੰਦਰ ਅਗਰ ਇੱਕ ਡਰ ਦਾ ਸਟੋਨ ਗਿਰ ਗਿਆ ਤਾਂ ਉਹਦੀ ਲਾਈਟ ਮੱਧਮ ਪੈ ਜਾਂਦੀ ਹੈ। ਔਰ ਸਮੇਂ ਦੇ ਨਾਲ ਨਾਲ ਜਿਵੇਂ ਜਿਵੇਂ ਅਸੀਂ ਵੱਡੇ ਹੋ ਰਹੇ ਹਾਂ, ਇਸ ਕਿਸਮ ਦੇ ਕਿੰਨੇ ਸਟੋਨ, ਕਿੰਨੇ ਪੱਥਰ ਉਸ ਭਾਂਡੇ ਵਿੱਚ ਗਿਰਦੇ ਜਾਂਦੇ ਨੇ ਔਰ ਉਹ ਲਾਈਟ ਮੱਧਮ ਪੈਂਦੀ 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 ਇੰਨੀ ਖਤਮ ਹੋ ਜਾਂਦੀ ਹੈ ਕਿ ਅਸੀਂ ਵੀ ਸਿਵਾਏ ਉਸ ਪੱਥਰ ਵਰਗੇ ਇੱਕ ਸਖਤ ਜਿਹੜਾ ਮੂਵ ਨਹੀਂ ਕਰਦਾ, ਜਿਹੜਾ ਗਰੋ ਨਹੀਂ ਕਰਦਾ, ਸਾਡੀ ਉੱਦਾਂ ਦੀ ਰਚਨਾ ਹੋਣੀ ਸ਼ੁਰੂ ਹੋ ਜਾਂਦੀ ਹੈ। ਫਿਰ ਅਸੀਂ ਮਹਿਸੂਸ ਕਰਦੇ ਹਾਂ ਅਸੀਂ ਬੜੇ ਉਦਾਸ ਹਾਂ, ਅਸੀਂ ਪਰੇਸ਼ਾਨ ਹਾਂ, ਅਸੀਂ ਡਿਪਰੈਸਡ ਹਾਂ, ਸਾਨੂੰ ਐਂਗਜ਼ਾਇਟੀ ਹੈ, ਸਾਨੂੰ ਗੁੱਸਾ ਆ ਰਿਹਾ ਹੈ। ਇਹ ਸਾਰਾ ਕੁਝ ਇਸ ਕਰਕੇ ਹੈ ਕਿਉਂਕਿ ਜਿਹੜਾ ਮੇਰੀ ਪਿਓਰ ਪ੍ਰਕਾਸ਼ਿਤ ਇਲੂਮੀਨੇਟਿਡ ਐਨਰਜੀ ਸੀ, ਉਸ ਐਨਰਜੀ ਦੇ ਅੰਦਰ ਮੈਂ ਕੋਈ ਖੜੋਤ ਪੈਦਾ ਕਰ ਲਈ, ਭਾਵੇਂ ਸਮਾਜ ਨੇ ਕੀਤੀ ਹੈ, ਭਾਵੇਂ ਪਰੰਪਰਾਵਾਂ ਨੇ ਕੀਤੀ ਹੈ, ਜਿਸ ਕਿਸਮ ਦੇ ਨਾਲ ਵੀ ਉਹ ਫਲੋ ਰੁਕ ਗਿਆ। ਔਰ ਅੱਜ ਅਗਰ ਮੈਂ ਇਹ ਰੀਅਲਾਈਜ਼ ਕਰਦੀ ਹਾਂ ਕਿ ਮੈਂ ਇੱਕ ਸਟੋਨ ਵਾਂਗੂ, ਇੱਕ ਪੱਥਰ ਵਾਂਗੂ ਆਪਣੀਆਂ ਧਾਰਨਾਵਾਂ ਦੇ ਅੰਦਰ, ਆਪਣੀ ਓਪੀਨੀਅਨ ਦੇ ਅੰਦਰ, ਆਪਣੇ ਪੁਰਾਣੇ ਵਿਚਾਰਾਂ ਦੇ ਅੰਦਰ ਮੈਂ ਫਸ ਗਈ ਹਾਂ ਔਰ ਪਰੇਸ਼ਾਨ ਹਾਂ, ਤਾਂ ਮੈਨੂੰ ਕੀ ਕਰਨਾ ਪਏਗਾ? ਮੈਨੂੰ ਉਹ ਭਾਂਡੇ ਨੂੰ ਇੱਕ ਵਾਰੀ ਦੁਬਾਰਾ ਅਪ ਐਂਡ ਡਾਊਨ ਕਰਨਾ ਪਏਗਾ, ਉਹਨੂੰ ਪੂਰਾ ਪੁੱਠਾ ਕਰਨਾ ਪਏਗਾ ਤਾਂ ਕਿ ਉਹ ਸਾਰੇ ਪੱਥਰ ਬਾਹਰ ਨਿਕਲ, ਮੇਰਾ ਪ੍ਰਕਾਸ਼ ਫਿਰ ਫੈਲੇ ਔਰ ਮੈਂ ਫਲੋ ਕਰ ਸਕਾਂ। ਸੋ ਕਹਾਣੀ ਇਹ ਪ੍ਰਕਾਸ਼ ਦੀ ਸਟੋਰੀ ਹੈ, ਇਹ ਜਰਨੀ ਸਾਡੀ ਲਾਈਟ ਦੀ ਜਰਨੀ ਹੈ। ਔਰ ਕਮਾਲ ਦੀ ਗੱਲ ਹੈ ਕਿ ਜਿਹੜੀ ਸੈਲੂਲਰ ਅਵੇਕਨਿੰਗ ਕਿਤਾਬ ਹੈ, ਜਿਹੜੀ ਇਹ ਬਾਰਬਰਾ ਰੈਨ ਦੀ ਕਿਤਾਬ ਹੈ, ਉਹ ਰਿਪੀਟਡਲੀ ਇਹ ਗੱਲ ਕਹਿੰਦੀ ਹੈ, ਸਾਇੰਟਿਸਟ ਹੈ, ਕਹਿੰਦੀ ਹੈ ਈਚ ਐਂਡ ਐਵਰੀ ਵਨ ਆਫ ਦਾ ਟ੍ਰਿਲੀਅਨ ਆਫ ਸੈੱਲ ਆਫ ਆਵਰ ਸੈਲਫ, ਅਸੀਂ ਟ੍ਰਿਲੀਅਨ, ਮਿਲੀਅਨ, ਬਿਲੀਅਨ, ਪਤਾ ਨਹੀਂ ਕਿੰਨੇ ਸੈੱਲਾਂ ਦੇ ਅਸੀਂ ਇਹ ਸਟਰਕਚਰ ਸਾਡਾ ਬਣਿਆ ਹੈ। ਔਰ ਹਰ ਸੈੱਲ ਦੇ ਅੰਦਰ ਇੱਕ ਪੋਟੈਂਸ਼ੀਅਲ ਹੈ ਟੂ ਹੋਲਡ ਲਾਈਟ। ਪ੍ਰਕਾਸ਼ ਨੂੰ ਹੋਲਡ ਕਰਨ ਦਾ ਹਰ ਸੈੱਲ ਦੇ ਅੰਦਰ ਪੋਟੈਂਸ਼ੀਅਲ ਹੈ। ਜਦੋਂ ਸਾਡਾ ਸੈੱਲ ਪ੍ਰਕਾਸ਼ ਨੂੰ ਹੋਲਡ ਕਰਦਾ ਹੈ ਤਾਂ ਸਾਡਾ DNA ਇਲੂਮੀਨੇਟਿਡ ਹੋ ਜਾਂਦਾ, ਸਾਡਾ DNA ਪ੍ਰਕਾਸ਼ਿਤ ਹੋ ਉੱਠਦਾ ਹੈ। ਔਰ ਜਦੋਂ ਸਾਡਾ DNA ਪ੍ਰਕਾਸ਼ਿਤ ਹੁੰਦਾ ਹੈ ਤਾਂ ਅਸੀਂ ਇਸ ਬ੍ਰਹਿਮੰਡ ਦੀ ਵਿਜ਼ਡਮ ਨੂੰ ਐਕਸੈਸ ਕਰ ਸਕਦੇ ਹਾਂ। ਦੇਖੋ ਕੈਸੀ ਸਾਇੰਸ ਹੈ, ਇਹ ਸਾਇੰਟਿਸਟ ਕਹਿ ਰਹੇ ਨੇ ਔਰ ਸਾਡੇ ਬਾਬਾ ਜੀ ਇਹੀ ਕੁਝ ਕਹਿ ਗਏ ਨੇ ਕਿ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਲੇਕਿਨ ਉਹ ਖੋਜਣਾ ਕਿੱਦਾਂ ਹੈ, ਉਹਦੀ ਪ੍ਰਕਿਰਿਆ ਕੀ ਹੈ, ਉਹਦੀ ਵਿਧੀ ਕੀ ਹੈ, ਉਹਦਾ ਵਿਧਾਨ ਕੀ ਹੈ, ਉਹਦੀ ਟੈਕਨੀਕ ਕੀ ਹੈ, ਉਹਦੀ ਕੋਈ ਸਾਨੂੰ ਨਾ ਪੜ੍ਹਾਈ ਔਰ ਨਾ ਸਾਡੀ ਕੋਈ ਟ੍ਰੇਨਿੰਗ ਹੈ। ਇਸ ਕਰਕੇ ਅਸੀਂ ਪਰੇਸ਼ਾਨ ਹੋ ਜਾਂਦੇ ਹਾਂ। ਸੋ ਗੱਲ ਉੱਥੇ ਆ ਕੇ ਮੁੱਕਦੀ ਹੈ ਜਿੱਦਾਂ ਕਿ ਪਿਛਲੇ ਪ੍ਰੋਗਰਾਮ ਮੈਂ ਲਗਾਤਾਰ ਇੱਕ ਵਿਸ਼ੇ 'ਤੇ ਕਰਦੀ ਆ ਰਹੀ ਹਾਂ ਕਿ ਮੈਂ ਕੌਣ ਹਾਂ, ਇਹ ਮੇਰਾ ਸੈਲੂਲਰ ਸਟਰਕਚਰ ਕੀ ਹੈ, ਕਿ ਮੈਂ ਸਿਰਫ ਮਿੱਟੀ ਦਾ ਮਾਦਾ ਜਾਂ ਮੈਂ ਭਾਵਨਾਵਾਂ ਦਾ ਇੱਕ ਨਿਚੋੜ ਹਾਂ, ਜਾਂ ਮੈਂ ਵਿਚਾਰਾਂ ਦਾ ਕੋਈ ਪੁੰਜ ਹਾਂ, ਜਾਂ ਕੋਈ ਮੇਰੇ ਪਿੱਛੇ ਕੋਈ ਅਧਿਆਤਮਕਤਾ ਦਾ ਕੋਈ ਥੋੜ੍ਹਾ ਬਹੁਤਾ ਕੋਈ ਇਸ ਕਿਸਮ ਦਾ ਕੋਸ਼ ਹੈ। ਇਹ ਸਾਰੀਆਂ ਗੱਲਾਂ ਨੂੰ ਆਪਾਂ ਸਮੇਟਿਆ। ਅਗਰ ਪਿਛਲੇ ਪ੍ਰੋਗਰਾਮ ਤੁਸੀਂ ਦੇਖੋਗੇ ਲੜੀਵਾਰ, ਤਾਂ ਸਟੈਪ ਬਾਏ ਸਟੈਪ ਆਪਾਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਬਾਕੀ ਬਾਹਰ ਦੀਆਂ ਗੱਲਾਂ ਨਹੀਂ, ਮੈਂ ਆਪਣੀ ਗੱਲ ਕਰ ਰਹੀ ਹਾਂ ਕਿ ਮੈਂ ਇਹ ਸਰੀਰ 23 ਐਲੀਮੈਂਟ ਦਾ ਬਣਿਆ, 23 ਤੱਤਾਂ ਦਾ ਬਣਿਆ। ਆਪਾਂ ਗੱਲ ਕੀਤੀ ਇਹ ਸਰੀਰ 3 ਇਹਦੀਆਂ ਪਰਤਾਂ ਨੇ, ਸਥੂਲ, ਸੂਖਮ ਔਰ ਕਾਰਨ। ਸਥੂਲ ਨਜ਼ਰ ਆਉਂਦਾ ਹੈ, ਸੂਖਮ ਦੇ ਪਿੱਛੇ ਜਿਹੜਾ ਸਾਡੇ ਮਨ ਦਾ ਵਰਤਾਰਾ ਹੈ ਉਹ ਇਹਨੂੰ ਆਪਰੇਟ ਕਰਦਾ ਹੈ, ਔਰ ਕਾਰਨ ਉਹ ਪ੍ਰਾਣ ਸ਼ਕਤੀ ਜਿਹਦੇ ਕਰਕੇ ਇਹ ਮਨ, ਇਹ ਬੋਡੀ ਸਾਰੇ ਜੀਵਿਤ ਨੇ, ਅਲਾਈਵ ਨੇ ਔਰ ਕੌਨਸ਼ੀਅਸ ਨੇ। ਔਰ ਇਹ ਇਨਸਾਨ ਇੱਕ ਮਲਟੀ ਡਾਇਮੈਂਸ਼ਨਲ ਬੀਇੰਗ ਹੈ, ਇਹ 5 ਕੋਸ਼ੀ ਜੀਵ ਹੈ। ਔਰ ਇਹ 5 ਕੋਸ਼ ਆਪਾਂ ਗੱਲ ਕੀਤੀ, ਆਨੰਦਮय ਕੋਸ਼ ਸਭ ਤੋਂ ਸੂਖਮ ਆਤਮਿਕ ਤਲ, ਵਿਗਿਆਨਮय ਕੋਸ਼ ਬੜਾ ਪਾਵਰਫੁਲ, ਪਾਵਰ ਨਾਲ ਭਰਿਆ ਹੋਇਆ ਇੱਕ ਸੁਪਰ ਪਾਵਰਫੁਲ ਕੋਸ਼ ਜਿਹਦੇ ਨਾਲ ਅਸੀਂ ਬਹੁਤ ਮਾਰ ਸਕਦੇ ਹਾਂ। ਉਸ ਤੋਂ ਅੱਗੇ ਸਾਡਾ ਮਨੋਮय ਕੋਸ਼ ਜਿਹਦੇ ਅੰਦਰ ਸਾਡੇ ਵਿਚਾਰ, ਸਾਡੀਆਂ ਭਾਵਨਾਵਾਂ, ਸਾਡੀਆਂ ਸੈਂਸੇਸ਼ਨ, ਸਾਡੀਆਂ ਮੈਮਰੀਜ਼ ਵਗੈਰਾ। ਔਰ ਉਸ ਤੋਂ ਉੱਪਰ ਆ ਗਿਆ ਪ੍ਰਾਣਮय ਕੋਸ਼ ਜਿਹਦੀ ਗੱਲਬਾਤ ਆਪਾਂ ਪਿਛਲੇ ਸਮੇਂ ਤੋਂ ਲਗਾਤਾਰ ਕਰ ਰਹੇ ਹਾਂ। ਪਿਆਰੇ ਦਰਸ਼ਕੋ, ਪ੍ਰਾਣਮय ਕੋਸ਼ ਦੀ ਜਦੋਂ ਮੈਂ ਗੱਲ ਕਰ ਰਹੀ ਹਾਂ, ਇਹ ਕੋਈ ਮੇਰੀ ਕਲਪਨਾ ਨਹੀਂ ਹੈ, ਇਹ ਕੋਈ ਮੇਰੀ ਆਪ ਬਣਾਈ ਹੋਈ ਸਟੋਰੀ ਨਹੀਂ ਹੈ। ਇਹ ਸਾਰੀ ਕਹਾਣੀ ਜੋ ਮੈਂ ਆਪਣੀ ਪੜ੍ਹਾਈ ਦੇ ਦੌਰਾਨ ਕੀਤੀ, PhD ਦੇ ਦੌਰਾਨ ਕੀਤੀ ਜਾਂ ਹੁਣ ਵੀ ਕਰ ਰਹੀ ਹਾਂ, ਇਹ ਸਾਰੀ ਪਿਛਲੇ ਗ੍ਰੰਥਾਂ ਤੋਂ, ਉਹਨਾਂ ਦੇ ਹਵਾਲਿਆਂ ਤੋਂ ਇਹ ਸਾਰਾ ਮੈਂ ਅੰਡਰਸਟੈਂਡ ਕੀਤਾ ਹੈ। ਔਰ ਇਹ ਹਵਾਲਾ ਇਕੱਲਾ ਇੱਕ ਨਹੀਂ ਹੈ, ਕਿਸੇ ਇੱਕ ਕਿਤਾਬ ਦਾ ਨਹੀਂ ਹੈ। ਇਹ ਹਰ ਧਰਮ, ਹਰ ਕਲਚਰ, ਭਾਵੇਂ ਉਹ ਪੁਰਾਚੀਨ ਇਜਿਪਟ ਦੀ ਕਲਚਰ ਹੈ, ਭਾਵੇਂ ਉਹ ਅਟਲਾਂਟਿਸ ਸੱਭਿਅਤਾ ਸੀਗੀ, ਭਾਵੇਂ ਉਹ ਭਾਰਤੀ
ਇੰਦਸ ਵੈਲੀ ਸਿਵਲਾਈਜੇਸ਼ਨ ਸੀ, ਭਾਵੇਂ ਉਹ ਵੈਦਿਕ ਯੁੱਗ ਸੀ, ਭਾਵੇਂ ਉਹ ਤਿੱਬਤੀਅਨ ਸਿਸਟਮ ਹੈ, ਸਾਰਿਆਂ ਦੇ ਅੰਦਰ ਇਸ ਪ੍ਰਾਣਮय ਕੋਸ਼ ਦਾ, ਇਸ ਊਰਜਾ ਦੇਹੀ ਦਾ, ਇਸ ਇਥਰਿਕ ਬੋਡੀ ਦਾ, ਇਸ ਐਨਰਜੀ ਬੋਡੀ ਦਾ ਬੜਾ ਵਿਸਤਾਰ ਨਾਲ ਵਰਣਨ ਹੈ। ਉਹ ਇੰਨਾ ਵਿਸਤਾਰ ਹੈ ਕਿ 1 ਘੰਟੇ ਦੇ ਪ੍ਰੋਗਰਾਮ ਦੇ ਵਿੱਚ ਲਗਾਤਾਰ ਮੈਂ ਸਾਲ ਵੀ ਬੋਲਾਂ ਤਾਂ ਪ੍ਰਾਣਮय ਕੋਸ਼ ਦੇ ਉੱਤੇ ਬੋਲਿਆ ਜਾ ਸਕਦਾ ਹੈ, ਪਰ ਆਈ ਟਰਾਈ ਮਾਈ ਬੈਸਟ ਟੂ ਸਮਰਾਈਜ਼ ਇਟ ਕਿ ਇਹ ਪ੍ਰਾਣਮय ਕੋਸ਼, ਜਿੱਦਾਂ ਪਹਿਲੇ ਗੱਲ ਕੀਤੀ ਕਿ ਬੋਡੀ ਦੇ ਅੰਦਰ ਇੱਕ ਪੇੜ ਵਾਂਗੂ ਇੱਕ 72,000 ਫਲੋ ਨੇ ਪ੍ਰਾਣ ਸ਼ਕਤੀ ਦੇ, ਜਿਹੜੇ ਪੈਰ ਤੋਂ ਲੈ ਕੇ ਸਿਰ ਤੱਕ ਫੈਲੇ ਹੋਏ ਨੇ। ਉਹ ਇੱਕ ਐਸੇ ਕਰੰਟ ਨੇ ਜਿਹੜੇ ਪੂਰੀ ਬੋਡੀ ਨੂੰ ਐਨਰਜੀ ਪ੍ਰਵਾਹਿਤ ਕਰਕੇ ਇੱਕ ਇੱਕ ਸੈੱਲ ਨੂੰ ਐਨਰਜੀ ਪ੍ਰੋਵਾਈਡ ਕਰਦੇ ਨੇ। ਔਰ ਇਹਨਾਂ ਜਿਹੜੇ ਇਹ 72,000 ਫਲੋ ਨੇ, ਅਗਰ ਇਹਨਾਂ ਨੂੰ ਵੰਡਿਆ ਜਾਏ ਤਾਂ 36,000 ਲੈਫਟ ਸਾਈਡ ਦੇ ਅੰਦਰ ਔਰ 36,000 ਰਾਈਟ ਸਾਈਡ ਦੇ ਅੰਦਰ। ਰਾਈਟ ਸਾਈਡ ਦੇ ਸਾਰੇ ਐਨਰਜੀ ਫਲੋ ਹੌਟ ਐਨਰਜੀ ਨੂੰ ਫਲੋ ਕਰਦੇ ਨੇ, ਸੋਲਰ ਐਨਰਜੀ ਨੂੰ ਫਲੋ ਕਰਦੇ ਨੇ, ਗਰਮ ਐਨਰਜੀ ਨੂੰ, ਜਿਹੜੀ ਸਾਨੂੰ ਅਵੇਕਨ ਕਰਦੀ ਹੈ, ਸਾਨੂੰ ਜਾਗਰਤ ਕਰਦੀ ਹੈ, ਸਾਨੂੰ ਐਕਸਪੈਂਡ ਕਰਦੀ ਹੈ, ਸਾਨੂੰ ਸਾਡਾ ਵਿਕਾਸ ਕਰਦੀ ਹੈ। ਔਰ ਖੱਬੇ ਪਾਸੇ ਲੂਨਰ ਐਨਰਜੀ, ਚੰਦਰਮਾ ਨਾਲ ਸੰਬੰਧਿਤ, ਜਿਹੜੀ ਸਾਨੂੰ ਗਰਾਊਂਡ ਕਰਦੀ ਹੈ, ਜਿਹੜੀ ਸਾਨੂੰ ਸੰਭਾਲ ਕੇ ਰੱਖਦੀ ਹੈ ਔਰ ਜਿਹੜੀ ਸਾਨੂੰ ਬੈਲੈਂਸ ਕਰਦੀ ਹੈ। ਸੋ ਪ੍ਰਾਣਮय ਕੋਸ਼ ਦੇ ਅੰਦਰ ਇਹ ਜੋ 2 ਫਲੋ ਨੇ, ਇਹਨਾਂ ਦੀ ਬੜੀ ਚਰਚਾ ਹੈ। ਤੁਸੀਂ ਰਿਗਵੇਦ ਖੋਲ੍ਹ ਲਓ, ਉਹਨਾਂ ਦੇ ਅੰਦਰ ਇਹਦੇ ਬਾਰੇ ਬੜੀ ਡਿਟੇਲ ਕਹਾਣੀ ਹੈ। ਰਿਸ਼ੀ ਵਾਜਸਨੇਹ ਹੋਏ ਔਰ ਯਮੀ ਸੰਵਾਦ ਦੇ ਅੰਦਰ ਉਹਨਾਂ ਨੇ ਇਸ ਸਟੋਰੀ ਨੂੰ ਬਿਆਨ ਕੀਤਾ ਹੈ। ਉਸ ਤੋਂ ਬਾਅਦ ਤੁਹਾਡੀ ਜੇਰੰਟ ਸੰਹਿਤਾ ਹੈ, ਤੁਹਾਡਾ ਯੋਗ ਕੁੰਡਲਿਨੀ ਉਪਨਿਸ਼ਦ ਹੈ, ਸ਼ਾਂਡਿल्य ਉਪਨਿਸ਼ਦ ਹੈ, ਛਾਂਦੋग्य ਉਪਨਿਸ਼ਦ ਹੈ, ਬ੍ਰਹਮਾਂਡ ਪੁਰਾਣ ਹੈ, ਕਠੋਪਨਿਸ਼ਦ ਹੈ। ਕਠੋਪਨਿਸ਼ਦ ਦੇ ਅੰਦਰ ਤਾਂ ਇੰਨੀ ਡਿਟੇਲ ਹੈ ਇੱਕ ਨਾੜ ਦੇ ਬਾਰੇ, ਛੋਟੇ ਤੋਂ ਛੋਟੇ ਪੁਆਇੰਟ ਬਾਰੇ, ਪ੍ਰੈਸ਼ਰ ਪੁਆਇੰਟਸ ਬਾਰੇ, ਜਿਹਨਾਂ ਨੂੰ ਆਪਾਂ ਮਰਮ ਸਥਾਨ ਕਹਿੰਦੇ ਹਾਂ। ਤੁਹਾਨੂੰ ਸਭ ਨੂੰ ਪਤਾ ਹੈ, ਆਪਾਂ ਐਕਿਊਪ੍ਰੈਸ਼ਰ ਦੀ ਗੱਲ ਕਰਦੇ ਹਾਂ, ਐਕਿਊਪੈਂਚਰ ਦੀ ਗੱਲ ਕਰਦੇ ਹਾਂ, ਰਿਫਲੈਕਸੋਲੋਜੀ ਦੀ ਗੱਲ ਕਰਦੇ ਹਾਂ। ਉਹਨਾਂ 'ਚ ਦੱਸਿਆ ਗਿਆ ਹੈ ਕਿ ਅਗਰ ਇੱਕ ਪੁਆਇੰਟ ਜਿਹੜਾ ਸਿੰਕਰੋਨਾਈਜ਼ ਕਰਦਾ ਬ੍ਰੇਨ ਦੇ ਕਿਸੇ ਹਿੱਸੇ ਦੇ ਨਾਲ, ਤੁਸੀਂ ਪੈਰ ਦੇ ਉਸ ਪੁਆਇੰਟ ਨੂੰ ਦੱਬੋਗੇ ਤੇ ਉਹ ਸਾਰੇ ਦਾ ਸਾਰਾ ਕਨੈਕਸ਼ਨ ਬ੍ਰੇਨ ਦੇ ਉਸ ਪੁਆਇੰਟ ਨਾਲ ਜਾ ਕੇ ਜੁੜੇਗਾ। ਉਹ ਵੀ ਪੂਰੀ ਸਾਇੰਸ ਹੈ। ਕਠੋਪਨਿਸ਼ਦ ਦੇ ਅੰਦਰ ਇਹ ਸਾਰਾ, ਇਹਨਾਂ ਨੂੰ ਬੋਲਦੇ ਮਰਮ ਸਥਾਨ, ਔਰ ਮਰਮਾ ਥੈਰੇਪੀ ਵੀ ਹੈ। ਮੈਂ ਇੰਡੀਆ ਤੋਂ ਆ ਰਹੀ ਸੀ ਇੱਕ ਵਾਰ, ਤੇ ਪਲੇਨ ਦੇ ਅੰਦਰ ਮੇਰੇ ਨਾਲ ਜਿਹੜੀ ਲੇਡੀ ਬੈਠੀ ਸੀ, ਉਹ ਮੈਨੂੰ ਦੱਸ ਰਹੀ ਸੀ ਕਿ ਮੈਂ ਭਾਰਤ ਆਈ ਹਾਂ ਮਰਮਾ ਥੈਰੇਪੀ ਸਿੱਖਣ ਵਾਸਤੇ, ਕਿ ਬੋਡੀ ਦੇ ਅੰਦਰ ਉਹ ਮਰਮ ਸਥਾਨ ਜਿਹਨੂੰ ਟੱਚ ਕਰਕੇ ਬੋਡੀ ਦੀ ਐਨਰਜੀ ਨੂੰ ਚਾਰੋਂ ਪਾਸੇ ਚੈਨਲਾਈਜ਼ ਕੀਤਾ ਜਾ ਸਕਦਾ ਹੈ। ਸੋ ਇਹ ਗਿਆਨ ਇੰਨਾ ਵਿਸ਼ਾਲ ਹੈ, ਇਹ ਗਿਆਨ ਇੰਨਾ ਸਾਇੰਟੀਫਿਕ ਹੈ ਕਿ ਸਾਨੂੰ ਥੋੜਾ ਸਮਝਣ ਦੀ ਲੋੜ ਹੈ, ਕਿਉਂਕਿ ਸਾਡਾ ਇਨਫੋਰਮੇਸ਼ਨ ਸਾਨੂੰ ਨਹੀਂ ਮਿਲੀ, ਸਾਡੇ ਬ੍ਰੇਨ ਦਾ ਇਹ ਗਿਆਨ ਹਿੱਸਾ ਨਹੀਂ ਬਣਿਆ, ਤੇ ਸਾਨੂੰ ਲੱਗਦਾ ਹੈ ਕਿ ਨੋ ਇਹ ਪਤਾ ਨਹੀਂ ਮਜ਼ਾਕ ਹੈ, ਔਰ ਅਸੀਂ ਇਹ ਕਹਿ ਦਿੰਦੇ ਹਾਂ ਮੇਰਾ ਵਿਸ਼ਵਾਸ ਨਹੀਂ ਹੈ। ਵਿਸ਼ਵਾਸ ਇਹ ਨਿੱਜੀ ਚੀਜ਼ ਹੈ, ਗਿਆਨ ਇੱਕ ਗਿਆਨ ਹੈ। ਵਿਸ਼ਵਾਸ ਹੋਏ ਨਾ ਹੋਏ, ਜੋ ਹੈ ਸੋ ਹੈ। ਸੋ ਕਠੋਪਨਿਸ਼ਦ ਦੇ ਅੰਦਰ ਇੱਕ ਸ਼ਲੋਕ ਹੈ ਬੜਾ ਪਿਆਰਾ, ਕਹਿੰਦੇ ਯਦਾ ਸਰਵੇ ਭਿਦਯੰਤੇ ਹਿਰਦਯ ਗ੍ਰੰਥਿਆ, ਜਦੋਂ ਇਹ ਸਾਰੀਆਂ ਗੰਢਾਂ ਖੁੱਲ੍ਹ ਜਾਂਦੀਆਂ ਨੇ, ਤਦਾ ਮ੍ਰਿਤਿਓ ਅੰਮ੍ਰਿਤੋ ਭਵੇਤ, ਤਾਂ ਇਹ ਮਰਨਹਾਰ ਜਿਹੜਾ ਬੰਦਾ ਹੈ ਇਹ ਅਮਰ ਹੋ ਜਾਂਦਾ ਹੈ। ਹੁਣ ਇਹ ਕੀ ਗੱਲ ਹੈ ਕਿ ਸਾਡੇ ਅੰਦਰ ਦੀਆਂ ਕੁਝ ਗੰਢਾਂ ਜਦੋਂ ਖੁੱਲ੍ਹ ਜਾਂਦੀਆਂ ਨੇ, ਸਾਡੇ ਹਿਰਦੇ ਤੋਂ ਖੁੱਲ੍ਹ ਜਾਂਦੀਆਂ ਨੇ, ਤਾਂ ਇੱਕ ਮਰਨਸ਼ੀਲ ਵਿਅਕਤੀ, ਇੱਕ ਮੋਰਟਲ ਪ੍ਰਾਣੀ ਇਮੋਰਟਲ ਹੋ ਜਾਂਦਾ ਹੈ, ਅਮਰ ਹੋ ਜਾਂਦਾ ਹੈ। ਇਹ ਇੱਕ ਇਨਫੋਰਮੇਸ਼ਨ ਹੈ, ਇਹਨੂੰ ਸਮਝਣ ਦੀ ਲੋੜ ਹੈ। ਇਸ ਤਰ੍ਹਾਂ ਹੀ ਬ੍ਰਹਮ ਪੁਰਾਣ ਹੈ, ਉੱਥੇ ਕਹਿੰਦੇ ਨੇ ਤਡ ਲਿਤਾ ਸਮਰੁਚੀ षड चक्रो परिसंस्थिता, ਕਹਿੰਦੇ ਕਿ ਬ੍ਰਾਈਟਰ ਦੈਨ ਥੰਡਰ ਲਾਈਟਨਿੰਗ, ਜਿਹੜੀ ਬਿਜਲੀ ਚਮਕਦੀ ਆਸਮਾਨ ਦੇ ਅੰਦਰ, ਜਿਸ ਤਰ੍ਹਾਂ ਉਹ ਕੜਕਦੀ ਹੈ, ਜਿੰਨੀ ਉਹਦੀ ਰੋਸ਼ਨੀ ਹੈ, ਕਹਿੰਦੇ ਉਸ ਤੋਂ ਵੀ ਜ਼ਿਆਦਾ ਬ੍ਰਾਈਟ, ਉਸ ਤੋਂ ਵੀ ਜ਼ਿਆਦਾ ਰੋਸ਼ਨ ਜਿਹੜੀ ਲਾਈਟ ਸਾਡੇ ਅੰਦਰ ਹੈ, ਜਦੋਂ ਉਹ ਕੜਕਦੀ ਹੈ ਤਾਂ ਸਾਡੇ ਸਾਰੇ ਚੱਕਰ ਖੁੱਲ੍ਹ ਜਾਂਦੇ ਨੇ ਔਰ ਅਸੀਂ ਸਾਰਾ ਸੱਚ ਜਾਣ ਜਾਂਦੇ ਹਾਂ, ਔਰ ਅਸੀਂ ਇੰਨੇ ਪਾਵਰਫੁਲ ਹੋ ਜਾਂਦੇ ਹਾਂ ਕਿ ਅਸੀਂ ਸ਼ਾਰਕ ਵਾਂਗੂ ਤੈਰ ਸਕਦੇ ਹਾਂ, ਅਸੀਂ ਪੰਛੀ ਵਾਂਗੂ ਉੜ ਸਕਦੇ ਹਾਂ, ਅਸੀਂ ਉਹ ਸਾਰਾ ਕੁਝ ਜਾਣ ਸਕਦੇ ਹਾਂ ਜੋ ਸਾਨੂੰ ਨਹੀਂ ਪਤਾ। ਹੁਣ ਇਹ ਗੱਲਾਂ ਕੋਈ, ਮੈਂ ਕਹਾਂਗੀ ਇਹ ਗੱਲਾਂ ਸਿਰਫ ਗੱਲਾਂ ਨਹੀਂ, ਕੋਈ ਕਲਪਨਾ ਨਹੀਂ, ਇਹ ਬਹੁਤ ਗਹਿਰੀਆਂ ਗੱਲਾਂ ਨੇ, ਜਿਹਨਾਂ ਨੂੰ ਸਮਝਣ ਦੀ ਥੋੜੀ ਕੋਸ਼ਿਸ਼ ਆਪਾਂ ਜਾਰੀ ਰੱਖੀਏ ਤਾਂ ਜ਼ਰੂਰ ਸਮਝਾਂਗੇ ਆਪਾਂ ਇੱਕ ਦਿਨ, ਔਰ ਪ੍ਰੈਕਟੀਕਲ ਕਰਕੇ ਵੀ ਦੇਖਾਂਗੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਪ੍ਰਾਣਮय ਕੋਸ਼ ਦੀ ਗੱਲ, ਚੱਕਰਾਸ ਦੀ ਗੱਲ, ਇਹ ਕਿੱਥੇ ਕਿੱਥੇ ਨਹੀਂ ਹੈ, ਹਰ ਸੱਭਿਅਤਾ ਦੇ ਅੰਦਰ ਹੈ। ਤਿੱਬਤੀਅਨ ਸਿਸਟਮ ਲੈ ਲਓ, ਤੁਸੀਂ ਬੁੱਧਿਜ਼ਮ ਸਿਸਟਮ ਲੈ ਲਓ, ਤੁਸੀਂ ਗ੍ਰੀਕ ਸੱਭਿਅਤਾ ਦੇਖ ਲਓ, ਤੁਸੀਂ ਇਜਿਪਟ ਦੀ ਸੱਭਿਅਤਾ ਦੇਖ ਲਓ, ਹਰ ਥਾਂ ਤੇ ਬੜੀ ਡਿਟੇਲ ਤੁਹਾਨੂੰ ਮਿਲੇਗੀ। ਗੂਗਲ ਕਰਕੇ ਦੇਖੋ, ਯੂ ਵਿਲ ਗੈਟ ਆਲ ਇਨਫੋਰਮੇਸ਼ਨ। ਔਰ ਇੱਕ ਗੱਲ ਮੈਂ ਕਹਿਣਾ ਚਾਹਾਂਗੀ ਕਿ ਇੱਕ ਟਰਾਈਬ ਹੈ ਜਿਹਨੂੰ ਆਪਾਂ ਜਨਜਾਤੀ ਕਹਿ ਦਿੰਦੇ ਹਾਂ, ਉਹਨਾਂ ਦਾ ਨਾਮ ਹੈ ਤਸਾਲਗੀ ਟਰਾਈਬ। ਉਹ ਅਮਰੀਕਨਸ ਨੇ, ਉਹਨਾਂ ਦਾ ਇੱਕ ਬੜਾ ਵੱਡਾ ਕਨਸੈਪਟ ਹੈ।
ਉਹ ਕਹਿੰਦੇ ਨੇ ਕਿ ਵੀ ਅਰਥ ਐਂਡ ਫਿਜ਼ੀਕਲ ਬਾਡੀ, ਧਰਤੀ ਤੇ ਸਾਡਾ ਸਰੀਰ, ਐਜ਼ ਕੰਸਟਰਕਟਿਡ ਫਰੋਮ ਇਕੁਇਲੈਂਟ ਵੈਬਸ ਆਫ ਮੈਰੀਡੀਅਨ, ਮੈਟ੍ਰਿਕਸ ਐਂਡ ਇੰਟਰਕਨੈਕਟਿਡ ਪੁਆਇੰਟ, ਕਿ ਸਾਡਾ ਸਰੀਰ, ਇਹ ਧਰਤੀ ਦਾ ਨਿਰਮਾਣ ਇੱਕੋ ਹੀ ਤਰੀਕੇ ਨਾਲ ਹੋਇਆ ਹੈ। ਸੇਮ ਮੈਰੀਡੀਅਨ, ਸੇਮ ਮੈਟ੍ਰਿਕਸ ਔਰ ਸਾਰੇ ਇੰਟਰਕਨੈਕਟਿਡ ਪੁਆਇੰਟ ਸਾਡੇ ਬਾਡੀ ਦੇ ਅੰਦਰ ਨੇ। ਹੁਣ ਇਹ ਗੱਲ ਕਰਨ ਨੂੰ ਬਹੁਤ ਛੋਟੀ ਹੈ, ਲੇਕਿਨ ਸਮਝਣ ਨੂੰ ਵਕਤ ਲੱਗੇਗਾ। ਔਰ ਮੈਨੂੰ ਯਾਦ ਆਉਂਦੀ ਹੈ ਕਿ ਕਾਫੀ ਟਾਈਮ ਹੋ ਗਿਆ, ਮੈਂ ਸ਼ਾਇਦ ਯੂਨੀਵਰਸਿਟੀ ਦੇ ਅੰਦਰ ਸੀਗੀ, ਤੇ ਭਾਸ਼ਾ ਵਿਭਾਗ ਦੇ ਅੰਦਰ ਇੱਕ ਕਿਤਾਬ ਛਪੀ ਜਿਹਦਾ ਨਾਮ ਸੀ ਪ੍ਰਾਣ ਸੰਗਲੀ। ਅੱਗੇ ਤੁਰਨ ਤੋਂ ਪਹਿਲਾਂ ਮੈਂ ਜ਼ਰੂਰ ਉਸ ਕਿਤਾਬ ਦਾ ਥੋੜ੍ਹਾ ਜਿਹਾ ਬੈਕਗਰਾਊਂਡ ਦੱਸਣਾ ਚਾਹਾਂਗੀ, ਕਿਉਂਕਿ ਸਾਡੀ ਪਰੰਪਰਾ ਦੀ ਬੜੀ ਪਿਆਰੀ ਪੁਸਤਕ ਹੈ ਔਰ ਕਾਫੀ ਮੋਟੀ ਪੁਸਤਕ ਹੈ। ਮੇਰਾ ਖਿਆਲ ਹੈ ਕਿ 400-500 ਸਫ਼ੇ ਦੀ ਪੁਸਤਕ ਹੈ, ਗੁਰਮੁਖੀ ਲਿਪੀ ਦੇ ਅੰਦਰ ਹੈ। ਔਰ ਉਹਦੀ ਬੈਕਗਰਾਊਂਡ ਇਹ ਹੈ ਕਿ ਇੱਕ ਵਾਰ ਸਾਡੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਬਾਲਾ ਮਰਦਾਨਾ ਉਹ ਗਏ ਸਾਊਦਰਨ ਪਾਰਟ, ਜਿਹੜਾ ਸਾਡੀ ਕੰਨਿਆ ਕੁਮਾਰੀ ਦਾ ਰਾਮੇਸ਼ਵਰਮ ਦਾ ਏਰੀਆ ਹੈ। ਉੱਥੇ ਉਹਨਾਂ ਨੇ ਕਿਹਾ ਕਿ ਬਾਲਾ, ਆਪਾਂ ਨਾ ਅੱਜ ਸੰਗਲਾਦੀਪ ਜਾਣਾ ਹੈ। ਅੱਜ ਦੀ ਲੰਕਾ ਨੂੰ ਉਦੋਂ ਸੰਗਲਾਦੀਪ ਕਹਿੰਦੇ ਸੀ, ਔਰ ਉਹਨੂੰ ਸੰਸਕ੍ਰਿਤ ਦੇ ਅੰਦਰ ਸਿੰਗਲ ਦਵੀਪ ਵੀ ਕਿਹਾ ਗਿਆ। ਸਿੰਗਲ ਦਵੀਪ ਮੈਨੇ ਇੱਕ ਆਈਲੈਂਡ ਜਿਹਦਾ ਨਾਮ ਸੀ ਸਿੰਗਲ। ਉੱਥੇ ਜਿਹੜਾ ਰਾਜਾ ਰਾਜ ਕਰਦਾ ਸੀਗਾ, ਬੜਾ ਪਰੇਸ਼ਾਨ ਸੀ ਉਹ। ਹੋਇਆ ਕਿ ਉਸ ਟਾਪੂ ਦੇ ਉੱਪਰ ਹੌਲੀ ਹੌਲੀ ਅੰਨ ਉਗਣਾ ਘਟ ਗਿਆ, ਫਲ ਫੂਲ ਆਣੇ ਘਟ ਗਏ, ਧਰਤੀ ਦੀ ਹਰਿਆਲੀ ਘਟ ਗਈ। ਰਾਜਾ ਪਰੇਸ਼ਾਨ ਕਿ ਇਹ ਹੋ ਕੀ ਰਿਹਾ ਹੈ, ਮੈਂ ਕੀ ਕਰਾਂ, ਮੇਰੀ ਪ੍ਰਜਾ ਭੁੱਖੀ ਮਰ ਰਹੀ ਹੈ, ਮੇਰੇ ਖਜ਼ਾਨੇ ਖਾਲੀ ਹੋ ਰਹੇ ਨੇ, ਔਰ ਸਭ ਤੋਂ ਜ਼ਰੂਰੀ ਚੀਜ਼ ਤਾਂ ਭੋਜਨ ਹੈ। ਅਗਰ ਭੋਜਨ ਨਹੀਂ ਹੋਏਗਾ ਤਾਂ ਮੇਰੀ ਸਾਰੀ ਰਿਆਇਆ, ਮੇਰੀ ਪ੍ਰਜਾ ਤਰਾਹੀ ਤਰਾਹੀ ਕਰੇਗੀ ਤੇ ਮੈਨੂੰ ਉਹਦਾ ਬਹੁਤ ਦੋਸ਼ ਲੱਗੇਗਾ। ਉਹਨੇ ਬੈਠ ਕੇ ਅਰਦਾਸ ਕੀਤੀ ਕਿ ਹੇ ਪਰਮਾਤਮਾ, ਹੇ ਅਕਾਲ ਪੁਰਖ, ਤੂੰ ਮੇਰੀ ਕੋਈ ਹੈਲਪ ਕਰ, ਮੈਨੂੰ ਕੋਈ ਮਸੀਹਾ ਭੇਜ, ਕੋਈ ਭੇਜ ਜਿਹੜਾ ਸਾਨੂੰ ਇਸ ਮੁਸੀਬਤ 'ਚ ਆ ਕੇ ਸਾਡੀ ਮਦਦ ਕਰੇ। ਤੇ ਕਹਿੰਦੇ ਨੇ ਕਿ ਉਹਨਾਂ ਦੇ ਸੁਪਨੇ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਆਕਾਰ ਆਇਆ, ਔਰ ਉਹਨੇ ਇਹ ਰਿਅਲਾਈਜ਼ ਕੀਤਾ ਕਿ ਇਹ ਕੋਈ ਮਸੀਹਾ, ਇਹ ਕੋਈ ਫਕੀਰ ਆਏਗਾ ਤੇ ਅਸੀਂ ਇਸ ਦੁੱਖ ਤੋਂ ਸਾਡੀ ਮੁਕਤੀ ਹੋਏਗੀ। ਗੁਰੂ ਨਾਨਕ ਸਾਹਿਬ ਨੇ ਬਾਲਾ ਨੂੰ ਕਿਹਾ ਕਿ ਆਪਾਂ ਸੰਗਲਾਦੀਪ ਜਾਣਾ ਹੈ। ਬਾਲਾ ਨੇ ਕਿਹਾ, ਮਹਾਰਾਜ ਇੰਨਾ ਭਯੰਕਰ ਤੂਫਾਨ, ਐਡਾ ਵੱਡਾ ਸਮੁੰਦਰ, ਭਾਰੀ ਦੁਸਤਰ, ਇਹਨੂੰ ਪਾਰ ਕਿੱਦਾਂ ਕਰਨਾ ਹੈ? ਬਾਬਾ ਜੀ ਕਹਿੰਦੇ ਅੱਖਾਂ ਬੰਦ ਕਰ। ਉਹ ਅੱਖਾਂ ਬੰਦ ਕੀਤੀਆਂ ਔਰ ਉਹ ਸੰਗਲਾਦੀਪ ਦੇ ਉੱਪਰ ਸੀਗੇ। ਹੁਣ ਆਪਾਂ ਕੀ ਸਮਝ ਸਕਦੇ ਹਾਂ ਕਿ ਉਹ ਕੌਣ ਸੀਗੇ? ਸਮੁੰਦਰ ਪਾਰ ਹੋ ਗਿਆ, ਬੋਡੀ ਨੂੰ ਪਤਾ ਵੀ ਨਹੀਂ ਲੱਗਿਆ ਕਿਸ ਤਰ੍ਹਾਂ ਪਾਰ ਹੋਇਆ। ਦੱਸਿਆ ਨਾ ਕਿ ਸਾਡੀ ਮੱਤ ਛੋਟੀ ਹੈ, ਅਸੀਂ ਇਹ ਗੱਲਾਂ ਨੂੰ ਦਲੀਲ ਨਾਲ, ਤਰਕ ਨਾਲ ਨਹੀਂ ਸਮਝ ਸਕਦੇ ਔਰ ਸਮਝਣ ਦੀ ਲੋੜ ਵੀ ਨਹੀਂ ਹੈ। ਬਾਬਾ ਜੀ ਉੱਥੇ ਪਹੁੰਚ ਗਏ। ਜਾ ਕੇ ਨਗਰ ਦੇ ਬਾਹਰ ਜਿਹੜੀ ਇੱਕ ਹੁੰਦੀ ਸੀ ਉਸ ਟਾਈਮ ਸਰਾਂ, ਉੱਥੇ ਜਾ ਕੇ ਉਹਨਾਂ ਨੇ ਨਿਵਾਸ ਕੀਤਾ। ਔਰ 2-3 ਦਿਨ ਦੇ ਅੰਦਰ ਲੋਕਾਂ ਨੇ ਰਿਅਲਾਈਜ਼ ਕੀਤਾ ਕਿ ਜਿਹੜੀ ਧਰਤੀ ਹੈ ਉਹਦੇ ਤੇ ਹਲਕੀ ਹਲਕੀ ਘਾਹ ਦਾ ਹਰਿਆਵਲ ਆਉਣੀ ਸ਼ੁਰੂ ਹੋ ਗਈ ਹੈ। ਪੇੜਾਂ ਦੇ ਉੱਤੇ ਹਲਕੇ ਹਲਕੇ ਕਰੂੰਬਲਾਂ ਆਉਣੀਆਂ ਸ਼ੁਰੂ ਹੋ ਗਈਆਂ, ਪੰਛੀ ਨੇ ਉੱਡਣਾ ਸ਼ੁਰੂ ਕਰਤਾ। ਲਾਈਫ ਇਜ਼ ਕਮਿੰਗ ਬੈਕ ਔਨ ਦਾ ਆਈਲੈਂਡ। ਇਹ ਗੱਲ ਹਫਤੇ ਦੇ ਅੰਦਰ ਅੰਦਰ ਰਾਜਾ ਦੇ ਕੋਲ ਪਹੁੰਚ ਗਈ ਕਿ ਧਰਤੀ ਦੇ ਉੱਤੇ ਪਰਿਵਰਤਨ ਹੋ ਰਿਹਾ ਹੈ। ਔਰ ਰਾਜਾ ਸਮਝ ਗਿਆ ਕਿ ਉਹ ਮਸੀਹਾ, ਉਹ ਰੱਬੀ ਜਿਹੜਾ ਨੂਰ ਹੈ, ਉਹ ਆ ਗਿਆ। ਹੁਣ ਉਹ ਲੱਭਣ ਲੱਗਿਆ ਵੀ ਕਿੱਥੇ ਆਇਆ, ਮੈਂ ਕਿੱਦਾਂ ਪਛਾਣਾਂਗਾ ਕਿ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਕੋਈ ਹੋਰ ਤਾਂ ਨਹੀਂ ਹੈ। ਸੋ ਉਹਨਾਂ ਨੇ ਸਰਾਵਾਂ ਵਿੱਚ ਪਤਾ ਕੀਤਾ ਤੇ ਪਤਾ ਲੱਗਿਆ ਕਿ ਹਾਂ, ਇੱਕ ਫਕੀਰ ਹੈ, ਉਹਦੇ ਨਾਲ 2 ਉਹਨਾਂ ਦੇ ਦੋਸਤ ਨੇ, ਉਹ ਗਾਉਂਦੇ ਵਜਾਉਂਦੇ ਮਸਤ ਰਹਿੰਦੇ ਨੇ। ਤੇ ਮਹਾਰਾਜ ਨੇ ਬਹੁਤ ਸਾਰੀਆਂ ਸ਼ਰਫੀਆਂ, ਬੜਾ ਸਾਰਾ ਸੋਨਾ, ਬਹੁਤ ਕੁਛ ਉਹਨਾਂ ਨੂੰ ਭੇਂਟ ਕੀਤਾ। ਉਹਨਾਂ ਨੇ ਵਾਪਸ ਭੇਜਤਾ ਕਿ ਮੈਨੂੰ ਇਹਦੀ ਕੋਈ ਲੋੜ ਨਹੀਂ। ਉਹਨੇ ਅੰਡਰਸਟੈਂਡ ਕੀਤਾ ਕਿ ਹਾਂ, ਇਹ ਵਾਕਈ ਬਾਬਾ ਨਾਨਕ ਜੀ ਆਏ ਨੇ। ਪਹੁੰਚਿਆ, ਉਹਨਾਂ ਨੇ ਪ੍ਰਣਾਮ ਕੀਤਾ ਔਰ ਸ਼ੁਕਰਾਨਾ ਕੀ ਕਰ ਸਕਦੇ ਸੀ। ਉਹ ਜ਼ਾਰ ਰੋਇਆ ਤੇ ਕਿਹਾ ਕਿ ਹੁਣ ਤੁਸੀਂ ਆ ਗਏ ਹੋ, ਮੈਨੂੰ ਪਤਾ ਸਭ ਠੀਕ ਹੋ ਗਿਆ, ਪਰ ਮੈਨੂੰ ਕੁਛ ਐਸਾ ਦੱਸ ਕੇ ਜਾਓ ਜਿਹਦੇ ਨਾਲ ਮੇਰੀ ਵੀ ਮੁਕਤੀ ਹੋ ਸਕੇ। ਜਿਹੜਾ ਸੱਚ, ਪਰਮ ਸੱਚ ਤੁਹਾਡੇ ਨੇੜੇ ਹੈ, ਤੁਸੀਂ ਉਹਦੀ ਗਵਾਹੀ ਹੋ, ਤੁਸੀਂ ਉਹ ਮਾਧਿਅਮ ਹੋ, ਤੁਸੀਂ ਉਹ ਮੀਡੀਅਮ ਹੋ, ਸਾਡੇ ਕੰਨਾਂ ਵਿੱਚ ਪਾਓ। ਕਹਿੰਦੇ ਨੇ ਕਿ ਉਸ ਟਾਈਮ ਬਾਬਾ ਜੀ ਨੇ ਜੋ ਉਪਦੇਸ਼ ਦਿੱਤਾ, ਉਹ ਪ੍ਰਾਣ ਸੰਗਲੀ ਨਾਮ ਦੀ ਪੁਸਤਕ ਅੱਜ ਵਿੱਚ ਦਰਜ ਹੈ। ਔਰ ਉਹ ਉੱਥੇ ਜਿਨ੍ਹਾਂ ਨੇ ਉਹ ਲਿਖਿਆ ਹੋਏਗਾ, ਉੱਥੇ ਸੀ ਉਹ ਖਰੜਾ। ਉਸ ਤੋਂ ਬਾਅਦ ਉਸ ਖਰੜੇ ਨੂੰ ਲਿਆ ਕੇ ਉਹਦੀ ਛਪਾਈ ਹੋਈ ਹੈ, ਉਹ ਛਾਪਿਆ। ਔਰ ਉਹ ਇੰਨਾ ਵੱਡੀ ਪੁਸਤਕ ਹੈ। ਔਰ ਉਹ ਇਹ ਸਾਰੀਆਂ ਗੱਲਾਂ ਪ੍ਰਾਣ ਸ਼ਕਤੀ ਬਾਰੇ, ਆਪਣੇ ਈੜਾ ਪਿੰਗਲਾ ਸੁਸ਼ੁਮਨਾ ਬਾਰੇ, ਸਾਡੇ ਸਾਰੇ ਚੱਕਰਾਸ ਬਾਰੇ, ਇਹ ਸ੍ਰਿਸ਼ਟੀ ਕਿੱਦਾਂ ਪੈਦਾ ਹੋਈ, ਇਹ ਬੋਡੀ, ਇਹਦਾ ਸਿਸਟਮ, ਉਹ ਇੰਨੀ ਡਿਟੇਲ ਹੈ ਔਰ ਉਹ ਇੰਨਾ ਗਹਿਰਾ ਗਿਆਨ ਹੈ। ਉਹਨੂੰ ਸਮਝਣ ਲਈ ਬੜਾ ਸਮਾਂ ਚਾਹੀਦਾ ਔਰ ਬੜੀ ਲਗਨ ਚਾਹੀਦੀ ਹੈ ਔਰ ਲਗਾਤਾਰ ਅਭਿਆਸ ਵੀ ਚਾਹੀਦਾ ਹੈ। ਸੋ ਕਹਿਣ ਦਾ ਭਾਵ ਇਹ ਹੈ
ਕਿ ਸਾਡੀ ਦੇਹ ਦੇ ਅੰਦਰ ਪ੍ਰਾਣ ਜਿਹਦੇ ਕਰਕੇ ਅਸੀਂ ਜਿਉਂਦੇ ਹਾਂ, ਅਸੀਂ ਪ੍ਰਾਣੀ ਹਾਂ। ਇਹਦੀ ਚਰਚਾ ਜਗ੍ਹਾ ਜਗ੍ਹਾ ਤੇ ਥਾਂ ਥਾਂ ਤੇ ਵਾਰ-ਵਾਰ ਹੋਈ ਹੈ। ਔਰ ਰਿਗਵੇਦ ਦੇ 8ਵੇਂ ਮੰਡਲ ਦੇ ਅੰਦਰ 28ਵੇਂ ਸੂਕਤ ਦੇ ਅੰਦਰ ਉਹਦੀ 5ਵੀਂ ਰਿਚਾ ਦੇ ਅੰਦਰ ਡੇਵਿਡ ਹੋਏ ਨੇ, ਜਰਮਨੀ ਦੇ ਨੇ, ਉਹਨਾਂ ਨੇ ਟ੍ਰਾਂਸਲੇਸ਼ਨ ਕੀਤੀ ਹੈ ਉਹ ਸਾਰੇ ਪਾਰਟ ਦੀ। ਐਂਡ ਉਹ ਆਪਣੇ ਹਿਸਾਬ ਨਾਲ ਲਿਖਦੇ ਨੇ। ਉਹ ਕਹਿੰਦੇ ਨੇ ਦ 7 ਗੋਡਸ, 7 ਪ੍ਰਕਾਰ ਦੇ ਦੇਵਤੇ, have seen 7 spear and light, they hold 7 glories। ਇਸ ਬੋਡੀ ਦੇ ਅੰਦਰ 7 ਦੇਵਤੇ ਨੇ ਜੇ 7 ਪ੍ਰਕਾਰ ਦੇ ਪ੍ਰਕਾਸ਼ ਨੂੰ ਜਿਨ੍ਹਾਂ ਨੇ ਧਾਰਨ ਕੀਤਾ ਹੋਇਆ, ਔਰ ਉਹ 7 ਪ੍ਰਕਾਰ ਦਾ ਪ੍ਰਕਾਸ਼ ਜਿਹੜਾ ਹੈ ਉਹ ਤੁਹਾਨੂੰ ਗਲੋਰੀਫਾਈ ਕਰਦਾ ਹੈ, ਉਹ ਤੁਹਾਡੇ ਅੰਦਰ ਉਹ ਤੇਜ ਭਰਦਾ ਹੈ, ਉਹ ਓਜ ਭਰਦਾ ਹੈ। ਸੋ ਇਹ ਹੈ ਤਾਂ ਇਸ਼ਾਰੇ ਨੇ, ਸੂਤਰ ਨੇ, ਲੇਕਿਨ ਇਹਨਾਂ ਨੂੰ ਖੋਲ੍ਹਣਾ, ਇਹਨਾਂ ਨੂੰ ਐਕਸਪਲੇਨ ਕਰਨਾ, ਇਹ ਫਿਰ ਸਾਡੀ ਅੱਗੇ ਆਪਣੀ ਹਿੰਮਤ ਹੈ। ਔਰ ਅੱਗੇ ਵਾਰ-ਵਾਰ ਤੁਸੀਂ ਸਟੋਰੀ ਸੁਣੀ ਹੋਣੀ ਹੈ ਕਿ ਸੂਰਯ ਹੈ, ਉਹਦੇ 7 ਘੋੜੇ ਨੇ। ਸੂਰਜ ਇੱਕ ਮਹਾਪ੍ਰਕਾਸ਼ ਹੈ ਜਿਹਦੇ ਅੰਦਰ ਇੰਨੀ ਗ੍ਰੈਵਿਟੇਸ਼ਨਲ ਪੁੱਲ ਹੈ ਕਿ ਐਡੇ ਵੱਡੇ ਵੱਡੇ ਪਲੈਨਟ ਉਹਦੇ ਆਸ-ਪਾਸ ਘੁੰਮ ਰਹੇ ਨੇ, ਆਪਣੀ ਥਾਂ ਤੇ ਘੁੰਮ ਰਹੇ ਨੇ, ਜ਼ਰਾ ਵੀ ਹਿਲਦੇ ਨਹੀਂ, ਔਰ ਲਗਾਤਾਰ ਪਤਾ ਨਹੀਂ ਕਦੋਂ ਤੋਂ ਘੁੰਮ ਰਹੇ ਨੇ। ਕਹਿੰਦੇ ਨੇ ਕਿ ਉਹ ਸੂਰਜ ਦੇ 7 ਘੋੜੇ ਨੇ। ਉਹਦੇ 7 ਘੋੜੇ ਨਹੀਂ, ਮਤਲਬ ਉਹਦੀਆਂ 7 ਉਹ ਪ੍ਰਕਾਸ਼ ਦੀਆਂ ਲਹਿਰਾਂ ਨੇ, ਉਹ 7 ਫ੍ਰੀਕੁਐਂਸੀਜ਼ ਨੇ ਜਿਹੜੀਆਂ ਅਸਮਾਨ 'ਚ ਆਪਾਂ ਦੇਖਦੇ ਹਾਂ। ਤੁਸੀਂ ਵੀ ਦੇਖਦੇ ਹੋ ਬਹੁਤ ਪਿਆਰਾ ਇੰਦਰਧਨੁਸ਼ ਦੇ ਰੂਪ ਦੇ ਅੰਦਰ। ਅੱਖਾਂ ਦੇ ਨਾਲ ਜਦੋਂ ਅਸੀਂ ਇਸ ਕਾਇਨਾਤ ਦੇ ਅੰਦਰ ਉਹ 7 ਰੰਗ ਦੇਖਦੇ ਹਾਂ ਤੇ ਸਾਡੇ ਸਾਹਮਣੇ ਇੰਦਰਧਨੁਸ਼ ਆਉਂਦਾ ਹੈ, ਔਰ ਉਹ ਖਾਸ ਐਂਗਲ ਤੇ ਹੀ ਬਣਦਾ ਹੈ, ਉਹ ਧਨੁਸ਼ ਹੀ ਬਣਦਾ ਹੈ, ਜਿਹਦੇ ਅੰਦਰ ਪਹਿਲਾ ਰੰਗ ਲਾਲ ਹੁੰਦਾ ਹੈ, ਦੂਸਰਾ ਔਰੇਂਜ ਹੁੰਦਾ ਹੈ, ਤੀਸਰਾ ਯੈਲੋ ਹੁੰਦਾ ਹੈ, ਚੌਥਾ ਗ੍ਰੀਨ ਹੈ, ਪੰਜਵਾਂ ਬਲੂ ਹੈ, ਫਿਰ ਵਾਇਲਟ ਹੈ, ਔਰ ਫਿਰ ਇੰਡੀਗੋ ਐਂਡ ਵਾਇਲਟ ਹੈ। ਹੁਣ ਉਹ ਆਪਾਂ ਨੇ ਕ੍ਰੀਏਟ ਕੀਤੇ, ਉਹ ਆਪਾਂ ਦੇਖਦੇ ਹਾਂ, ਸਾਡੀਆਂ ਅੱਖਾਂ ਉਹ 7 ਰੰਗ ਦੇਖ ਸਕਦੀਆਂ ਨੇ। ਸੋ ਉਹ ਪ੍ਰਕਾਸ਼ ਜਿਹੜਾ 7 ਰੰਗਾਂ ਦੇ ਅੰਦਰ ਹੈ, ਜੋ ਸੂਰਜ ਦੇ ਅੰਦਰ ਹੈ, ਉਹ ਸੇਮ ਉਹਦੀ ਜਿਹੜੀ ਤਰੰਗਾਂ ਨੇ ਉਹ ਸਾਡੇ ਅੰਦਰ ਉੱਦਾਂ ਹੀ ਸਥਾਪਿਤ ਹੋਈਆਂ ਨੇ। ਹੁਣ ਪ੍ਰਾਣਮय ਕੋਸ਼ ਜਦੋਂ ਗੱਲ ਕਰਦੇ ਹਾਂ, ਫ੍ਰੀਕੁਐਂਸੀ ਜਦੋਂ ਗੱਲ ਕਰਦੇ ਹਾਂ, ਤੇ ਉਹ ਸਾਰੀਆਂ ਗੱਲਾਂ ਪ੍ਰਾਣਮय ਕੋਸ਼ ਤੇ ਆ ਕੇ ਖੜੀਆਂ ਹੁੰਦੀਆਂ ਨੇ। ਤਿੱਬਤੀਅਨ ਬੁੱਧਿਜ਼ਮ ਉਹ ਰੈਫਰ ਕਰਦੇ ਨੇ ਕਿ ਇਹ 7 ਡੋਰ ਨੇ ਸਾਡੇ ਅੰਦਰ, ਇਹ 7 ਚੈਨਲਸ ਨੇ ਪ੍ਰਕਾਸ਼ ਦੇ, ਜਿਹੜੇ ਹੈਲਪ ਕਰਦੇ ਨੇ ਸਾਨੂੰ ਅਚੀਵ ਕਰਨ ਵਾਸਤੇ ਕਿ ਐਮਪਟੀਨੈਸ, ਖਾਲੀਪਨ। ਜਦੋਂ 7 ਰੰਗ ਇਕੱਠੇ ਹੋ ਜਾਂਦੇ ਨੇ, ਇਹ ਇੱਕ ਲਾਈਟ ਬਣ ਜਾਂਦੀ ਹੈ, ਵਾਈਟ ਲਾਈਟ, ਜਿਹਦੇ ਅੰਦਰ ਨਾ ਲਾਲ ਹੈ, ਨਾ ਹਰਾ ਹੈ, ਨਾ ਪੀਲਾ ਹੈ। ਉਹ ਇੱਕ ਮਹਾਪ੍ਰਕਾਸ਼ ਹੈ, ਇੱਕ ਚਿੱਟਾ ਰੰਗ ਹੈ, ਇੱਕ ਬਿਲਕੁਲ ਪਿਓਰ ਸੀਰੀਨ, ਜਿਹਦੇ ਅੰਦਰ ਕੋਈ ਹੋਰ ਤਰੰਗ ਨਹੀਂ ਹੈ। ਤਿੱਬਤੀਅਨ ਮੌਂਕਸ ਇਸ ਗੱਲ ਦੀ ਪ੍ਰੈਕਟਿਸ ਕਰਦੇ ਨੇ ਕਿ ਸਾਡੇ ਇਹ ਜਿਹੜੇ ਡੋਰਵੇਜ਼ ਨੇ, ਇਹ ਸਾਡੇ ਬੋਡੀ ਦੀਆਂ ਇੜਾ ਪਿੰਗਲਾ ਜਦੋਂ ਬੈਲੈਂਸ ਹੁੰਦੀਆਂ ਨੇ, ਜਦੋਂ ਸਾਡੀ ਸੁਸ਼ੁਮਨਾ ਨਾਲ ਨਾੜ ਜਿਹੜੀ ਹੈ ਜਦੋਂ ਤੁਰ ਪੈਂਦੀ ਹੈ, ਖੁੱਲ੍ਹ ਜਾਂਦੀ ਹੈ, ਤਾਂ ਬੋਡੀ ਦੇ ਅੰਦਰ ਰੀੜ੍ਹ ਦੀ ਹੱਡੀ ਦੇ ਉੱਤੇ ਇਹ 7 ਐਨਰਜੀ ਸੈਂਟਰ ਮੂਵਿੰਗ, ਰੋਟੇਟਿੰਗ ਸ਼ੁਰੂ ਕਰ ਦਿੰਦੇ ਨੇ, ਐਕਟੀਵੇਟ ਹੋ ਜਾਂਦੇ ਨੇ, ਔਰ ਲਾਈਟ ਨੂੰ ਇਲੂਮੀਨੇਟ ਕਰਦੇ ਨੇ। ਸੈੱਲਾਂ ਦੇ ਅੰਦਰ ਜ਼ਿਆਦਾ ਐਨਰਜੀ ਆਉਂਦੀ ਹੈ, ਔਰ ਸਾਡਾ DNA ਪ੍ਰਕਾਸ਼ਿਤ ਹੋਣਾ ਸ਼ੁਰੂ ਹੋ ਜਾਂਦਾ ਹੈ। DNA ਪ੍ਰਕਾਸ਼ਿਤ ਹੁੰਦਾ ਹੈ ਤੇ ਸਾਡੇ ਬੋਡੀ ਦੇ ਅੰਦਰ ਕੋਈ ਵੀ ਰੋਗ ਦੋਸ਼ ਨਹੀਂ ਰਹਿ ਸਕਦਾ। ਇਹ ਜਿਹੜਾ ਬੁੱਧਿਸਟ ਗੋਲ ਹੈ, ਉਹਨਾਂ ਦਾ ਗੋਲ ਹੈ ਐਮਪਟੀਨੈਸ। ਐਮਪਟੀਨੈਸ ਮਾਨੇ ਖਾਲੀ ਹੋ ਜਾਣਾ, ਬਿਲਕੁਲ ਸ਼ੂन्य ਹੋ ਜਾਣਾ, यानी कि सुन्न हो जाना। शून्य होना, सुन्न होना, सुरत ਤੇ ਸ਼ਬਦ ਦਾ ਇੱਕ ਹੋ ਜਾਣਾ, ਐਮਪਟੀ ਹੋ ਜਾਣਾ, ਤੂਰੀ ਅਵਸਥਾ ਵਿੱਚ ਪਹੁੰਚ ਜਾਣਾ, ਚੌਥਾ ਪਦ ਪ੍ਰਾਪਤ ਕਰ ਲੈਣਾ, ਆਨੰਦਮय ਕੋਸ਼ ਪਹੁੰਚ ਜਾਣਾ, ਇਹ ਸਾਰੀਆਂ ਸੇਮ ਗੱਲਾਂ ਨੇ। ਮੈਂ ਵਾਪਸ ਆਵਾਂਗੀ, ਇੱਕ ਛੋਟੀ ਜਿਹੀ ਮੈਨੂੰ ਬ੍ਰੇਕ ਚਾਹੀਦੀ ਹੈ, ਬਹੁਤ ਛੋਟੀ ਜੀ, ਔਰ ਇਸੇ ਗੱਲ ਨੂੰ ਆਪਾਂ ਅੱਗੇ ਲੈ ਕੇ ਚੱਲਦੇ ਹਾਂ।